हेलो एवरीवन, वेलकम टू भारत IQ एजुकेशन। दिस इज़ ਕਰਨ ਜਾਜੋਰੀਆ। ਤਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੰਡਸਟਰੀ ਮੈਰਾਥਨ MCQ ਕੁਐਸਚਨ। ਤਾਂ ਜਿਵੇਂ ਤੁਹਾਨੂੰ ਪਤਾ ਹੈ, ਜੇ ਤੁਸੀਂ ਦੇਖਦੇ ਹੋ ਆਪਣੇ ਨਾਲ ਜੁੜੇ ਹੋਏ ਹੋ ਕਾਫੀ ਟਾਈਮ ਤੋਂ, ਤਾਂ ਤੁਹਾਨੂੰ ਪਤਾ ਹੋਏਗਾ ਕਿ ਆਪਾਂ ਐਕਸਾਈਜ਼ ਦੇ ਲਈ ਜਿਹੜਾ ਟੈਕਸੇਸ਼ਨ ਵਾਲੀ ਮੈਰਾਥਨ ਪਹਿਲਾਂ ਹੀ ਲੈ ਕੇ ਆ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਹੋ ਜਾ ਕੇ। ਤਾਂ ਅੱਜ ਆਪਣੀ ਇੰਡਸਟਰੀ ਮੈਰਾਥਨ ਹੈ, ਤਾਂ ਆਪਾਂ ਸ਼ੁਰੂ ਕਰਦੇ ਹਾਂ। फर्स्ट क्वेश्चन अपना, एज पर द न्यू इंडस्ट्रियल रिलेशन कोड 2020, all the industrial establishment with dash or more workers must prepare standing orders on the matters listed in schedule to the code। ਤਾਂ ਇਹਦਾ ਮਤਲਬ ਹੈ ਕਿ ਨਿਊ ਇੰਡਸਟਰੀਅਲ ਰਿਲੇਸ਼ਨ ਕੋਡ 2020 ਹੈ ਜੋ, ਉਹਦੇ ਅਕੋਰਡਿੰਗਲੀ ਕਿੰਨੇ ਤੋਂ ਵੱਧ ਵਰਕਰ ਹੋਣੇ ਚਾਹੀਦੇ ਆ, ਤਾਂ ਕਿ ਜਿਹੜਾ ਕਿ ਇੱਕ ਐਸਟੈਬਲਿਸ਼ਮੈਂਟ ਹੈ, ਫੈਕਟਰੀ ਹੈ ਜੋ, ਉਹਨੂੰ ਕੀ ਸਟੈਂਡਿੰਗ ਆਰਡਰ ਰੂਲ ਪ੍ਰਿਪੇਅਰ ਕਰਨੇ ਹੋਣ ਜਿਹੜੇ ਕਿ ਸ਼ੈਡਿਊਲ ਦੇ ਅੰਡਰ ਆਉਂਦੇ ਆ। ਤਾਂ ਇਹਦਾ ਆਨਸਰ ਹੈ ਆਪਣਾ 300 ਜਾਂ 300 ਤੋਂ ਵੱਧ ਵਰਕਰ ਹੋਣੇ ਚਾਹੀਦੇ ਆ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਤਾਂ ਨਹੀਂ ਹੈ, ਆਪਾਂ ਥੋੜ੍ਹਾ ਡਾਟਾ ਹੀ ਲਿਖਿਆ ਹੋਇਆ, ਜਿਹਦੇ ਵਿੱਚ ਕੀ ਹੈ ਕਿ ਜਿਹੜੇ ਵੀ ਨਵੇਂ ਆਪਣੇ ਹੁਣ ਲੇਬਰ ਲਾਜ਼ ਆਏ ਆ ਜਿਹੜੇ ਕਿ ਕੰਬਾਈਨ ਕਰ ਦਿੱਤੇ ਹੈਗੇ ਆ ਗੌਰਮੈਂਟ ਨੇ 2019 ਦੇ। ਇੱਕ ਤਾਂ 2019 ਦਾ ਹੈ, ਇੱਕ ਪਿਛਲੇ ਸਾਲ ਦੇ 3 ਨੇ। ਇਹਦੇ ਵਿੱਚ ਕੀ ਕੀਤਾ ਹੈ ਕਿ 4 ਬਿੱਲ ਟੋਟਲ ਬਣਾਏ ਆ, ਅਤੇ ਜਿਹਦੇ ਵਿੱਚ ਕਿ 29 ਜਿਹੜੇ ਸੈਂਟਰਲ ਲਾਜ਼ ਸੀ ਪੁਰਾਣੇ, ਜਿੱਦਾਂ ਕਿ ਫੈਕਟਰੀਜ਼ ਐਕਟ ਵਗੈਰਾ, ਜਿੰਨੇ ਵੀ ਆਪਣੇ ਪੁਰਾਣੇ ਜਿਹੜੇ ਐਕਟ ਹੈ, ਉਹਨਾਂ ਸਭ ਨੂੰ ਕੰਬਾਈਨ ਕਰ ਦਿੱਤਾ ਹੈ। ਤਾਂ ਪਹਿਲਾ ਆਪਣਾ ਵੇਜਿਸ ਕੋਡ ਹੈ, ਇੱਕ ਮਿੰਟ, ਇਹ ਵੇਜਿਸ ਕੋਡ ਥੋੜ੍ਹਾ ਕਵਰ ਹੋ ਗਿਆ ਸੀ। ਪਹਿਲਾ ਵੇਜਿਸ ਕੋਡ ਹੈ 2019। ਦੂਸਰਾ ਆਪਣਾ ਹੈਗਾ ਇੰਡਸਟਰੀਅਲ ਰਿਲੇਸ਼ਨ ਕੋਡ 2020, ਇਹ ਆਪਾਂ ਯਾਦ ਰੱਖਣਾ ਕਿ ਆਇਆ ਕਦੋਂ ਸੀ। ਤਾਂ ਥਰਡ ਹੈ ਸੋਸ਼ਲ ਸਿਕਿਉਰਿਟੀ ਕੋਡ 2020। ਫੋਰਥ ਹੈ ਓਕਿਊਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ। ਆਪਾਂ ਇਹਨਾਂ ਬਾਰੇ ਡਿਟੇਲ 'ਚ ਅੱਗੇ ਪੜ੍ਹਾਂਗੇ। ਇਹਨਾਂ ਦੇ ਜਿਹੜੇ ਇੰਪੋਰਟੈਂਟ ਕੁਐਸਚਨ ਵਗੈਰਾ ਹੈ, ਜਿੰਨੇ ਵੀ ਮੈਂ ਜਿੱਥੇ ਤੱਕ ਐਨਾਲਾਈਜ਼ ਕੀਤਾ ਹੈ, ਵਧੀਆ ਕੁਐਸਚਨ ਆਪਾਂ ਤੁਹਾਡੇ ਲਈ ਇਹਨਾਂ 'ਚੋਂ ਕੱਢੇ ਆ। ਮੂਵ ਕਰਦੇ ਹਾਂ ਆਪਾਂ। ਤਾਂ ਆਪਣਾ ਸੈਕਿੰਡ ਕੁਐਸਚਨ ਹੈ ਆਪਣਾ, ਐਜ਼ ਪਰ ਨਿਊ ਸੋਸ਼ਲ ਸਿਕਿਉਰਿਟੀ ਕੋਡ 2020 ਲਿਸਟ ਆਫ ਐਗਰੀਗੇਟਰਸ ਇਜ਼ ਸਪੈਸੀਫਾਈਡ ਇਨ ਡੈਸ਼ ਸ਼ੈਡਿਊਲ। ਤਾਂ ਜਿਹੜਾ ਨਿਊ ਸੋਸ਼ਲ ਸਿਕਿਉਰਿਟੀ ਕੋਡ 2020 ਹੈ, ਉਹਦੇ ਵਿੱਚ ਜਿਹੜੇ ਐਗਰੀਗੇਟਰਸ ਹੈ ਉਹ ਕਿਹੜੇ ਸ਼ੈਡਿਊਲ ਦੇ ਵਿੱਚ ਹੈ। ਐਗਰੀਗੇਟਰਸ ਕਿਹਨੂੰ ਕਹਿੰਦੇ ਆ ਆਪਾਂ, ਜਿਹੜੇ ਪ੍ਰੋਫੈਸ਼ਨਲ ਸਰਵਿਸ ਪ੍ਰੋਵਾਈਡ ਕਰਦੇ ਆ ਜਾਂ ਡਿਲੀਵਰੀ ਦਿੰਦੇ ਆ, ਜਿਹੜੇ ਲੌਜਿਸਟਿਕਸ ਵਗੈਰਾ, ਟਰਾਂਸਪੋਰਟ ਵਗੈਰਾ, ਉਹਨਾਂ ਨੂੰ ਆਪਾਂ ਐਗਰੀਗੇਟਰਸ ਕਹਿ ਦਿੰਦੇ ਹਾਂ। ਤਾਂ ਉਹ ਆਉਂਦੇ ਆ ਜੀ 7th ਸ਼ੈਡਿਊਲ ਦੇ ਵਿੱਚ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਥਰਡ ਕੁਐਸਚਨ ਆਪਣਾ, ਐਸਟੈਬਲਿਸ਼ਮੈਂਟਸ ਹੈਵਿੰਗ ਡੈਸ਼ ਔਰ ਮੋਰ ਵਰਕਰਸ ਕਮ ਅੰਡਰ ਦ ਪਰਵਿਊ ਆਫ EPF ਐਜ਼ ਪਰ ਨਿਊ ਲੇਬਰ ਸਿਕਿਉਰਿਟੀ ਕੋਡ 2020। ਤਾਂ ਕਿੰਨੇ ਤੋਂ ਵੱਧ ਵਰਕਰ ਹੋਣੇ ਚਾਹੀਦੇ ਆ ਆਪਣੇ ਲਵੇ, ਤਾਂ ਕਿ ਆਪਾਂ ਜਿਹੜਾ EPF ਦੇ ਅੰਡਰ ਆ ਸਕੀਏ। ਤਾਂ ਆਨਸਰ ਹੈ 20। ਆਪਣਾ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 4th, appropriate government as per industrial dispute act 1947 includes। ਤਾਂ appropriate government ਹੁੰਦੀ ਕੀ ਹੈ? appropriate government ਹੁੰਦੀ ਹੈ ਕਿ ਜੋ ਕਿਸੇ ਪਰਟੀਕੂਲਰ ਮੈਟਰ 'ਤੇ ਕੁਛ ਰੂਲ ਬਣਾਵੇ, ਤਾਂ ਉਹਨੂੰ ਉਸ ਟਾਈਮ ਲਈ ਆਪਾਂ ਕਹਿੰਦੇ ਹਾਂ appropriate government। ਤਾਂ ਉਹ ਕਿਹੜੀ ਹੋ ਸਕਦੀ ਹੈ? ਮਤਲਬ ਹੋ ਤਾਂ ਕੋਈ ਵੀ ਸਕਦੀ ਹੈ, ਪਰ ਐਜ਼ ਪਰ ਇੰਡਸਟਰੀਅਲ ਡਿਸਪਿਊਟ ਐਕਟ ਕਿਹੜੀ ਹੈ? ਤਾਂ ਉਹ ਸੈਂਟਰ ਵੀ ਹੈ ਜੀ ਅਤੇ ਸਟੇਟ ਵੀ ਹੈ, ਦੋਨੇ ਨੇ। ਉਹ ਦੋਨੇ ਇੰਕਲੂਡ ਕੀਤੀਆਂ ਹੋਈਆਂ। ਦੋਨਾਂ ਨੂੰ ਆਪਾਂ ਐਪਰੋਪਰੀਏਟ ਗੌਰਮੈਂਟ ਕਹਾਂਗੇ ਇਸ ਕੇਸ ਦੇ ਵਿੱਚ, ਕਿਉਂਕਿ ਇਹ ਦੋਨੇ ਹੀ ਇਹਦੇ ਉੱਪਰ ਅਮੈਂਡਮੈਂਟ ਕਰ ਸਕਦੀਆਂ ਅਤੇ ਦੋਨੇ ਹੀ ਰੂਲ ਬਣਾ ਸਕਦੀਆਂ। ਤਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ, ਰਜਿਸਟ੍ਰੇਸ਼ਨ ਆਫ ਨਿਊ ਅੰਡਰਟੇਕਿੰਗ comes under which section of Industrial Development and Regulation Act 1951। ਤਾਂ ਜਿਹੜਾ ਨਵੀਂ ਅੰਡਰਟੇਕਿੰਗ ਮਤਲਬ ਆਪਾਂ ਕੋਈ ਐਸਟੈਬਲਿਸ਼ਮੈਂਟ ਸੈਟਅਪ ਕਰਨੀ ਹੈ, ਫੈਕਟਰੀ ਸੈਟਅਪ ਕਰਨੀ ਹੈ, ਕੁਛ ਵੀ ਇੱਦਾਂ ਦਾ ਆਪਾਂ ਸੈਟਅਪ ਕਰਨਾ ਹੈ, ਤਾਂ ਉਹਦੀ ਰਜਿਸਟ੍ਰੇਸ਼ਨ ਹੈ ਜੋ, ਉਹ ਕਿਹੜੇ ਸੈਕਸ਼ਨ ਅੰਡਰ ਆਏਗੀ? ਉਹ ਸੈਕਸ਼ਨ 10 ਦੇ ਅੰਡਰ ਆਏਗੀ, ਸੈਕਸ਼ਨ 10। ਅਤੇ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆ ਆਪਣਾ 6th question, which industrial establishment should have one or more grievance redressal committees। ਤਾਂ ਜੇ
ਗ੍ਰੀਵੈਂਸ ਮਤਲਬ ਦੁੱਖ ਦਰਦ ਆਪਾਂ ਕਹਿ ਦਿੰਦੇ ਹਾਂ, ਜਾਂ ਉਹਨੂੰ ਸੋਲਵ ਕਰਨ ਲਈ, ਉਹਨੂੰ ਐਡਰੈਸ ਕਰਨ ਲਈ ਜਿਹੜੀ ਕਿ ਕਮੇਟੀਆਂ ਬਣਦੀਆਂ ਗ੍ਰੀਵੈਂਸ ਰਿਡਰੈਸਲ ਕਮੇਟੀਜ਼, ਤਾਂ ਉਹ ਕਿਹੜੀ ਇਸਟੈਬਲਿਸ਼ਮੈਂਟ ਨੂੰ ਸੈਟਅਪ ਕਰਨੀ ਪਏਗੀ ਜਿਹਦੇ ਵਿੱਚ 20 ਜਾਂ 20 ਤੋਂ ਜ਼ਿਆਦਾ ਵਰਕਰ ਹੋਣਗੇ। ਦੇਖੋ ਆਪਾਂ ਇੱਦਾਂ ਦੇ ਹੀ ਕੁਐਸਚਨ ਆਉਣਗੇ ਤੁਹਾਨੂੰ, ਅਤੇ ਇੱਦਾਂ ਇਹ ਮਤਲਬ ਕੁਐਸਚਨ ਨੂੰ ਆਪਾਂ ਇੱਦਾਂ ਇਗਨੋਰ ਨਹੀਂ ਕਰਨਾ। ਜਿਹੜੀ ਵੀ ਟਰਮੀਨੋਲੋਜੀ ਹੈ ਜਾਂ ਕੁਛ ਵੀ ਹੈ, ਜਿੱਦਾਂ ਕਿ 20 ਜਾਂ 20 ਟੂ ਮੋਰ, ਮਤਲਬ ਆਪਾਂ ਨੂੰ ਐਗਜ਼ੈਕਟ ਸੇਮ ਇੱਦਾਂ ਹੀ ਯਾਦ ਕਰਨਾ ਪਏਗਾ ਇਹ ਚੀਜ਼। ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਹੈ ਆਪਣਾ, ਵਿਚ ਕੋਡ ਰਿਕਗਨਾਈਜ਼ਜ਼ ਦਾ ਰਾਈਟ ਆਫ ਕੰਟਰੈਕਚੁਅਲ ਵਰਕਰ। ਤਾਂ ਇਹਨਾਂ ਵਿੱਚੋਂ ਕਿਹੜਾ ਕੋਡ ਕੰਟਰੈਕਚੁਅਲ ਜਿਹੜੇ ਵਰਕਰ ਕੰਟਰੈਕਟ 'ਤੇ ਕੰਮ ਕਰਦੇ ਆ ਉਹਨਾਂ ਦੇ ਰਾਈਟ 'ਤੇ ਲਿਖਿਆ ਗਿਆ ਹੈ ਜਾਂ ਉਹਨਾਂ ਦੇ ਰਾਈਟ ਲਈ ਬਣਾਇਆ ਗਿਆ ਹੈ, ਜੋ ਕਿ ਸਹੀ ਚੀਜ਼ ਹੈ ਕਹਿਣ ਨੂੰ। ਅਤੇ ਇਹਦਾ ਆਨਸਰ ਹੈ ਇੰਡਸਟਰੀਅਲ ਰਿਲੇਸ਼ਨ ਕੋਡ 2020 ਜੋ ਹੈ ਉਹ ਹੈ ਇਹਦਾ ਆਨਸਰ। ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਆਪਣਾ, ਇਨ ਕੇਸ ਆਫ ਓਵਰ ਟਾਈਮ ਐਜ਼ EMPLOYE ਸ਼ੁੱਡ ਬੀ ਪੇਡ ਡੈਸ਼ ਦ ਰੇਟ ਆਫ ਹਿਜ਼ ਔਰ ਹਰ ਵੇਜ। ਤਾਂ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਆਪਾਂ ਕਿਤੇ ਕੰਮ ਕਰ ਰਹੇ ਹਾਂ ਤਾਂ ਉੱਥੇ ਆਪਣਾ ਜਿਹੜਾ ਨੋਰਮਲ ਵਰਕਿੰਗ ਆਰ ਹੁੰਦੇ ਆ ਉਹ 9 ਹੁੰਦੇ ਆ। 9 ਆਰ ਤੋਂ ਵੱਧ ਜਿਹੜੇ ਹੋ ਜਾਣਗੇ ਉਹ ਓਵਰ ਟਾਈਮ ਹੋ ਜਾਏਗਾ। ਅਤੇ ਓਵਰ ਟਾਈਮ ਦੇ ਵਿੱਚ ਆਪਾਂ ਨੂੰ ਕਿੰਨਾ ਪੇ ਕੀਤਾ ਜਾਏਗਾ? ਓਵਰ ਟਾਈਮ ਦੇ ਵਿੱਚ ਆਪਾਂ ਨੂੰ ਟਵਾਈਸ ਪੇ ਕੀਤਾ ਜਾਏਗਾ, ਟਵਾਈਸ ਰੇਟ ਦੇ ਨਾਲ ਪੇ ਕੀਤਾ ਜਾਏਗਾ। ਜੇ ਆਪਾਂ ਨੂੰ ਵੈਸੇ ਆਪਾਂ ਨੋਰਮਲ ਸੈਲਰੀ ਜਿੰਨੀ ਮਿਲ ਰਹੀ ਹੈ ਉਹਦੇ ਹਿਸਾਬ ਨਾਲ ਆਪਾਂ ਦੇਖੀਏ, ਜਿੱਦਾਂ ਕਿ ਆਪਾਂ ਨੂੰ ਘੰਟੇ ਦਾ ਜੇ 100 ਰੁਪਏ ਮਿਲਦਾ ਹੈ, ਤਾਂ ਆਪਾਂ ਜੇ ਓਵਰ ਟਾਈਮ ਕੰਮ ਕਰਦੇ ਹਾਂ ਤਾਂ ਆਪਾਂ ਆਪਣਾ ਰਾਈਟ ਬਣਦਾ ਕਿ ਆਪਾਂ ਨੂੰ ਕਿ ਟਵਾਈਸ ਪੇਮੈਂਟ ਮਿਲੇ, 200 ਰੁਪਏ ਮਿਲੇ। ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਆਪਣਾ, ਹਾਊ ਮੈਨੀ ਸੋਸ਼ਲ ਸਿਕਿਉਰਿਟੀ ਲਾਜ਼ ਆਰ ਰਿਪਲੇਸਡ ਬਾਈ ਕੋਡ ਔਨ ਸੋਸ਼ਲ ਸਿਕਿਉਰਿਟੀ ਬਿੱਲ। ਤਾਂ ਕਿੰਨੇ ਸੋਸ਼ਲ ਸਿਕਿਉਰਿਟੀ ਲਾਅ ਰਿਪਲੇਸ ਕੀਤੇ ਗਏ ਆ? ਇਹਦਾ ਸਿੱਧਾ ਆਨਸਰ ਹੈ 9 ਸੋਸ਼ਲ ਸਿਕਿਉਰਿਟੀ ਲਾਜ਼ ਜਿਹੜੇ ਰਿਪਲੇਸ ਕੀਤੇ ਗਏ ਆ, ਇੱਕ ਕੋਡ ਬਣਾਤਾ ਗਿਆ ਉਹਨਾਂ ਦਾ, ਜੋ ਕੋਡ ਦਾ ਨਾਮ ਹੈਗਾ ਸੋਸ਼ਲ ਸਿਕਿਉਰਿਟੀ ਬਿੱਲ 2020। ਮੂਵਿੰਗ ਟੂ ਦ ਨੈਕਸਟ ਕੁਐਸਚਨ, 10th ਹੈ ਕਿ ਜੋ ਦਿਸ ਕੋਡ ਬਿੱਲ ਰੈਡਿਊਸਿਸ, ਦਿਸ ਕੋਡ ਕਿਹੜਾ ਕੋਡ ਦੀ ਗੱਲ ਕਰ ਰਹੇ? ਸੋਸ਼ਲ ਸਿਕਿਉਰਿਟੀ ਬਿੱਲ ਕੋਡ ਜਿਹੜਾ ਕੀ ਹੈਗਾ, reduces the time limit for receiving gratuity payment from the continuous service of 5 years। ਜੋ ਕਿ ਨਵਾਂ ਜੋ ਕੋਡ ਹੈ ਇਹਦੇ ਅਕੋਰਡਿੰਗਲੀ ਜਿਹੜੀ ਕਿ ਆਪਣਾ ਗ੍ਰੈਟੂਟੀ ਪੇਮੈਂਟ ਮਿਲਦੀ ਹੈ, ਗ੍ਰੈਟੂਟੀ ਪੇਮੈਂਟ ਮਿਲਦੀ ਹੈ ਆਪਾਂ ਜਿੱਥੇ ਕੰਮ ਕਰ ਰਹੇ ਹਾਂ, ਇੱਕ EMPLOYE ਨੂੰ ਮਿਲਦੀ ਹੈ, ਜੋ ਸਰਵਿਸ ਦੇ ਰਿਹਾ ਹੈ ਉਹਨੂੰ ਮਿਲਦੀ ਹੈ ਗ੍ਰੈਟੂਟੀ ਦੀ ਪੇਮੈਂਟ। ਤਾਂ ਉਹਦਾ ਟਾਈਮ ਪੀਰੀਅਡ ਹੁਣ ਪਹਿਲਾਂ 5 ਸਾਲ ਸੀ, ਜੋ ਕਿ ਅੱਗੇ ਸ਼ਾਇਦ ਆਏਗਾ ਹੀ, ਮੈਂ ਸ਼ਾਇਦ ਪਾਇਆ ਹੋਏਗਾ ਇਹ ਕੁਐਸਚਨ ਵੀ, ਤਾਂ ਉਹ 5 ਤੋਂ ਹੁਣ ਘਟਾ ਕੇ 1 ਸਾਲ ਕਰ ਦਿੱਤਾ ਗਿਆ। ਤਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਨੂੰ ਸਾਰਾ ਰਿਲੇਟ ਕਰਦਾ ਚੱਲਾਂ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਕਲੈਰਿਟੀ ਆਫ ਥਾਟ ਰਹੇ। ਬਿਲਕੁਲ ਮੈਂ ਕੋਸ਼ਿਸ਼ ਕਰੂੰਗਾ ਕਿ ਤੁਸੀਂ ਕਨਫਿਊਜ਼ ਨਾ ਹੋ। ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕਨਫਿਊਜ਼ਿੰਗ ਤਾਂ ਹੈ ਇਹ ਥੋੜ੍ਹੀ। ਤਾਂ ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਆਪਣਾ, ਅੰਡਰ ਵਿਚ ਸ਼ੈਡਿਊਲ ਆਫ ਇੰਡਸਟਰੀਅਲ ਡਿਸਪਿਊਟ ਐਕਟ 1947 ਪਬਲਿਕ ਯੂਟੀਲਿਟੀ ਸਰਵਿਸਿਜ਼ ਹੈਵ ਬੀਨ ਲਿਸਟਡ ਆਊਟ। ਤਾਂ ਕਿਹੜੇ ਸ਼ੈਡਿਊਲ ਦੇ ਅੰਡਰ ਪਬਲਿਕ ਯੂਟੀਲਿਟੀ ਸਰਵਿਸਿਜ਼, ਜਿਹੜੀ ਕਿ ਪਬਲਿਕ ਯੂਟੀਲਿਟੀ ਸਰਵਿਸਿਜ਼ ਮਤਲਬ ਹੈ ਕਿ ਕੰਪਨੀਜ਼ ਜਿਹੜੀ ਕਿ ਅਸੈਂਸ਼ੀਅਲ ਸਰਵਿਸ ਵਗੈਰਾ ਪ੍ਰੋਵਾਈਡ ਕਰਦੀਆਂ ਨੇ ਉਹਨਾਂ ਨੂੰ ਆਪਾਂ ਪਬਲਿਕ ਯੂਟੀਲਿਟੀ ਸਰਵਿਸ ਕਹਿ ਦਿੰਦੇ ਹਾਂ। ਤਾਂ ਜੋ ਪਬਲਿਕ ਯੂਟੀਲਿਟੀ ਸਰਵਿਸ ਹੈ ਉਹ ਕਿਹੜੇ ਸ਼ੈਡਿਊਲ ਦੇ ਅੰਡਰ ਹੈ? ਉਹ ਫਸਟ ਸ਼ੈਡਿਊਲ ਦੇ ਅੰਡਰ ਹੈ, ਆਪਾਂ ਯਾਦ ਰੱਖਣਾ ਹੈ। ਐਂਡ ਮੂਵਿੰਗ ਟੂ ਦ ਨੈਕਸਟ ਕੁਐਸਚਨ, ਆਪਾਂ ਦੇਖ ਲੈਂਦੇ ਹਾਂ ਕਿ ਸੈਕਿੰਡ ਅਤੇ ਥਰਡ ਸ਼ੈਡਿਊਲ ਦੇ ਵਿੱਚ ਕੀ ਹੈ। ਆਪਾਂ ਹਾਲੇ ਫਸਟ ਸ਼ੈਡਿਊਲ ਦੇਖਿਆ ਸੀ ਇਹਦਾ, ਅਤੇ ਸੈਕਿੰਡ ਅਤੇ ਥਰਡ ਸ਼ੈਡਿਊਲ ਦੇ ਵਿੱਚ ਲੇਬਰ ਕੋਰਟ ਅਤੇ ਇੰਡਸਟਰੀਅਲ ਟ੍ਰਿਬਿਊਨਲ ਵਗੈਰਾ ਨੇ। ਐਂਡ ਫਿਫਥ ਸ਼ੈਡਿਊਲ ਇਜ਼ ਰਿਗਾਰਡਿੰਗ ਅਨਫੇਅਰ ਲੇਬਰ ਪ੍ਰੈਕਟਿਸਿਸ, ਮਤਲਬ ਕਿਸੇ ਨਾਲ ਅਨਫੇਅਰ ਨਾ ਹੋਵੇ, ਵੱਧ ਕੰਮ ਨਾ ਕਰਾਇਆ ਜਾਵੇ, ਇਨਐਪਰੋਪਰੀਏਟ ਕੰਮ ਨਾ ਕਰਵਾਇਆ ਜਾਵੇ, ਜੋ ਕੰਟਰੈਕਟ ਹੈ ਉਸ ਬੇਸ 'ਤੇ ਹੀ ਕੰਮ ਹੋਵੇ, ਤਾਂ ਮਤਲਬ ਕਿਸੇ ਨਾਲ ਵੀ ਮਤਲਬ ਧੱਕਾ ਨਾ ਹੋਵੇ, ਕਹਿਣ ਦਾ ਮਤਲਬ ਇਹ ਹੈ। ਤਾਂ ਉਹ ਫਿਫਥ ਸ਼ੈਡਿਊਲ ਦੇ ਵਿੱਚ ਹੈ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ, ਲੇ ਆਫ ਇਜ਼ ਮੈਨਸ਼ਨਡ ਇਨ ਵਿਚ ਸੈਕਸ਼ਨ ਆਫ ਇੰਡਸਟਰੀਅਲ ਡਿਸਪਿਊਟਸ ਐਕਟ 1947। ਪਹਿਲਾਂ ਆਪਾਂ ਲੇ ਆਫ ਦਾ ਮਤਲਬ ਦੇਖ ਲੈਂਦੇ ਹਾਂ। ਲੇ ਆਫ ਕੀ ਹੁੰਦਾ? ਕਿ ਕੱਢ ਦੇਣਾ,
क्योंकि फेलियर किसी एम्प्लॉयर है जो कि एम्प्लॉयमेंट प्रोवाइड कर रहा है, वो एम्प्लॉयमेंट प्रोवाइड नहीं कर पा रहा, ठीक है, ਤਾਂ ਉਹਨੂੰ ਕੀ ਹੈ ਕੱਢਣਾ ਪੈਣਾ। ਤਾਂ ਉਹ ਕਿਹੜੇ ਸੈਕਸ਼ਨ ਦੇ ਵਿੱਚ ਗਿਵਨ ਹੈ? ਤਾਂ ਉਹ ਗਿਵਨ ਹੈ ਸੈਕਸ਼ਨ 2 ਸਬਸੈਕਸ਼ਨ ਟ੍ਰਿਪਲ ਕੇ। ਮੂਵ ਕਰਦੇ ਹਾਂ ਨੈਕਸਟ ਕੁਐਸਚਨ। which was the first enactment that dealt with the settlement of industrial disputes? ਤਾਂ ਜਿਹੜਾ ਇੰਡਸਟਰੀਅਲ ਡਿਸਪਿਊਟ ਐਕਟ ਹੈ, ਆਪਾਂ ਪਿੱਛੇ ਦੇਖਿਆ ਜਿੱਦਾਂ ਕਿ ਇੰਡਸਟਰੀਅਲ ਡਿਸਪਿਊਟ ਐਕਟ ਹੈਗਾ ਆਪਣਾ 1947 ਵਾਲਾ, ਤਾਂ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਹੜਾ ਐਕਟ ਆਇਆ ਸੀ? ਤਾਂ ਉਹ ਹੈਗਾ ਸੀ ਇੰਪਲੋਇਰਸ ਐਂਡ ਵਰਕਮੈਨਸ ਡਿਸਪਿਊਟ ਐਕਟ 1960। ਯਾਦ ਰੱਖਣਾ ਆਪਾਂ 1960। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ। ਜਿਹੜਾ ਇੰਡਸਟਰੀਅਲ ਡਿਸਪਿਊਟ ਐਕਟ ਹੈ 1947 ਵਾਲਾ, ਵੈਨ डिड इट केम इन फोर्स? वैसे when does it came in force? तो ਇਹਦਾ आंसर है ऑप्शन नंबर डी 1 April 1947। नेक्स्ट क्वेश्चन। डेफिनेशन ऑफ फैक्ट्री mentioned in which section of Factories Act 1948? ਡੈਫੀਨੇਸ਼ਨ ਕਿਹੜੇ ਸੈਕਸ਼ਨ ਦੇ ਵਿੱਚ ਮੈਂਸ਼ਨ ਹੈ? ਸੈਕਸ਼ਨ 2 ਸਬਸੈਕਸ਼ਨ M, ਇਹਦੇ ਵਿੱਚ ਮੈਂਸ਼ਨ ਹੈ ਫੈਕਟਰੀ ਦੀ ਡੈਫੀਨੇਸ਼ਨ। ਐਂਡ ਆਪਾਂ ਜੇ ਦੇਖੀਏ ਕਿ ਸੈਕਸ਼ਨ 2I ਦੇ ਵਿੱਚ ਕੀ ਮੈਂਸ਼ਨ ਹੈ, ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਕਰਾਇਆ, ਮੈਂ ਇਹ ਕੁਐਸਚਨ ਦੁਬਾਰਾ ਥੋੜ੍ਹੇ ਬਹੁਤ ਲੈ ਆਇਆ ਹਾਂ ਕਿਉਂਕਿ ਮੈਨੂੰ ਲੱਗੇ ਕਿ ਇਹ ਇੰਪੋਰਟੈਂਟ ਹੈ। ਸੈਕਸ਼ਨ I ਦੇ ਵਿੱਚ ਗਿਵਨ ਹੈ ਵਰਕਰ, ਐਂਡ ਸੈਕਸ਼ਨ N ਦੇ ਵਿੱਚ ਗਿਵਨ ਹੈ ਓਕਿਊਪਾਇਰ, ਜੋ ਓਕਿਊਪਾਈ ਕਰਦਾ ਹੈ ਫੈਕਟਰੀ ਨੂੰ। ਮੂਵ ਕਰਦੇ ਹਾਂ ਤਾਂ ਆਪਾਂ ਸ਼ੈਡਿਊਲ ਦੇਖ ਲੈਂਦੇ ਹਾਂ, ਇੰਪੋਰਟੈਂਟ ਸ਼ੈਡਿਊਲ ਫੈਕਟਰੀਜ਼ ਐਕਟ 1948 ਦੇ। ਫਸਟ ਸ਼ੈਡਿਊਲ ਦੇ ਵਿੱਚ ਹਜ਼ਾਰਡਸ ਪ੍ਰੋਸੈਸ ਵਾਲੀ ਫੈਕਟਰੀਆਂ ਗਿਵਨ ਨੇ, ਲਿਸਟ ਗਿਵਨ ਹੈ ਉਹਨਾਂ ਦੀ, ਜਿੱਦਾਂ ਕੈਮੀਕਲ ਫੈਕਟਰੀ ਜਾਂ ਪੇਂਟ ਵਗੈਰਾ ਦੀ ਕੋਈ ਵੀ ਫੈਕਟਰੀ ਜੋ ਹਜ਼ਾਰਡਸ ਹੈ ਜਾਂ ਸਬਸਟਾਂਸ ਇੱਦਾਂ ਦੇ ਬਣਾਉਂਦੀ ਹੈ। ਸ਼ੈਡਿਊਲ 2 ਪਰਮਿਸਿਬਲ ਲੈਵਲ ਆਫ ਸਰਟਨ ਕੈਮੀਕਲ ਸਬਸਟਾਂਸਿਸ ਇਨ ਵਰਕ ਇਨਵਾਇਰਮੈਂਟ। ਪਰਮਿਸਿਬਲ ਮਤਲਬ ਅਲਾਉਡ, ਕਿੰਨਾ ਕੁ ਲੈਵਲ ਅਲਾਉਡ ਹੈ ਕਿਸੇ ਕੈਮੀਕਲ ਸਬਸਟਾਂਸ ਦਾ ਵਰਕਿੰਗ ਇਨਵਾਇਰਮੈਂਟ ਦੇ ਵਿੱਚ, ਤਾਂ ਕਿ ਉਦੋਂ ਵੱਧ ਨਾ ਹੋਵੇ ਅਤੇ ਉਹ ਹਾਰਮ ਨਾ ਕਰੇ ਜੋ ਲੋਕ ਉੱਥੇ ਕੰਮ ਕਰ ਰਿਹਾ, ਜੋ ਵਰਕਰ ਉੱਥੇ ਕੰਮ ਕਰ ਰਿਹਾ, ਉਹਨਾਂ ਨੂੰ ਹਾਰਮ ਨਾ ਕਰੇ। ਐਂਡ ਥਰਡ ਸ਼ੈਡਿਊਲ ਦੇ ਵਿੱਚ ਨੋਟੀਫੀਏਬਲ ਡਿਜ਼ੀਜ਼ ਹੈ, ਜਿੱਦਾਂ ਕਿ ਐਗਜ਼ਾਮਪਲ ਮੈਂ ਲਿਖੀ ਹੋਈ ਹੈ। ਤਾਂ ਨੋਟੀਫੀਏਬਲ ਦਾ ਮਤਲਬ ਹੁੰਦਾ ਕਿ ਉਹ ਡਿਜ਼ੀਜ਼ ਜੋ ਕਿ ਆਪਾਂ ਨੂੰ ਰਿਪੋਰਟ ਕਰਨੀਆਂ ਪੈਣਗੀਆਂ ਗੌਰਮੈਂਟ ਨੂੰ ਕਿਉਂ ਰਿਪੋਰਟ ਕਰਨੀਆਂ ਪੈਣੀਆਂ? ਤਾਂ ਕਿ ਕੁਛ ਜੋ ਡਿਜ਼ੀਜ਼ ਹੈ ਗੌਰਮੈਂਟ ਉਹਨਾਂ 'ਤੇ ਸਰਵੇਲੈਂਸ ਕਰ ਸਕੇ, ਉਹਨਾਂ ਦਾ ਡਾਟਾ ਕਲੈਕਟ ਕਰ ਸਕੇ ਅਤੇ ਉਹਨਾਂ ਨੂੰ ਮੋਨੀਟਰ ਕਰ ਸਕੇ, ਤਾਂ ਕਿ ਇੱਧਰ ਡਿਜ਼ੀਜ਼ ਕਿਤੇ ਸਪਰੈਡ ਨਾ ਹੋਵੇ, ਵਧੇ ਨਾ, ਜੋ ਕਿ ਫੈਕਟਰੀ ਵਗੈਰਾ ਤੋਂ ਨਿਕਲੇ। ਮੂਵ ਕਰਦੇ ਹਾਂ ਨੈਕਸਟ ਕੁਐਸਚਨ। ਇਫ ਦੇਅਰ ਆਰ dash or more number of employees then the employer has to provide a first aid box। ਤਾਂ ਕਿੰਨੇ ਹੋਣੇ ਚਾਹੀਦੇ ਆ, ਕਿੰਨੇ ਤੋਂ ਵੱਧ ਹੋਣੇ ਚਾਹੀਦੇ ਆ? ਇਹਦਾ ਆਨਸਰ ਹੈ 150 ਜਾਂ 150 ਤੋਂ ਵੱਧ ਹੋਣਗੇ ਤਾਂ ਉਹਨੂੰ ਫਸਟ ਏਡ ਬਾਕਸ ਜਿਹੜਾ ਪ੍ਰੋਵਾਈਡ ਕਰਨਾ ਪਏਗਾ। ਐਂਡ ਨੈਕਸਟ ਕੁਐਸਚਨ ਇੱਦਾਂ ਦਾ ਹੀ ਹੈ, ਬਿਲਕੁਲ ਸੇਮ ਹੀ ਹੈ ਕਿ ਬਸ ਉਹਦੇ ਵਿੱਚ ਕੀ ਹੈ ਕਿ ਐਂਬੂਲੈਂਸ ਰੂਮ ਜੋ ਹੈ ਕਿ ਪ੍ਰੋਵਾਈਡ ਕਰਨਾ ਪਏਗਾ ਉਹਨੂੰ, ਐਮਪਲੋਇਰ ਨੂੰ, ਤਾਂ ਉਹ 500। ਤਾਂ ਆਪਾਂ ਯਾਦ ਰੱਖਣਾ ਕਿ ਐਂਬੂਲੈਂਸ ਰੂਮ ਲਈ 500 ਅਤੇ ਫਸਟ ਏਡ ਬਾਕਸ ਲਈ ਕਿੰਨਾ? 150। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ। ਵਟ ਇਜ਼ ਦ ਮਿਨੀਮਮ ਰੇਟ ਆਫ ਬੋਨਸ ਪੇਬਲ ਟੂ ਇੰਪਲੋਏ ਅੰਡਰ ਦ ਕੋਡ ਵੇਜਸ? ਜੋ ਕਿ ਵੇਜਸ ਕੋਡ ਹੈ ਉਹਦੇ ਅੰਡਰ ਮਿਨੀਮਮ ਬੋਨਸ ਜਿਹੜਾ ਕਿ ਪੇਬਲ ਹੈ ਕਿੰਨਾ ਹੈ ਮਿਨੀਮਮ? ਤਾਂ ਉਹ ਹੈ 8.33% ਔਰ 100 ਰੁਪੀਜ਼ ਵਿਚ ਐਵਰ ਇਜ਼ ਹਾਇਰ। ਜੇ ਤਾਂ 100 ਰੁਪਏ ਵੱਧ ਹੈ ਤਾਂ 100 ਰੁਪਏ, ਜੇ 8.33% ਵੱਧ ਹੈ ਤਾਂ ਉਹ। ਮੂਵ ਕਰਦੇ ਹਾਂ ਇਨ ਕੋਡ ਔਨ ਵੇਜਸ 2019 ਜਿਹੜਾ ਕਿ ਜੋ ਕਿ ਬੋਨਸ ਹੈ, ਜਿਹਦੀ ਆਪਾਂ ਪਿੱਛੇ ਹੀ ਗੱਲ ਕਰਕੇ ਹਟੇ ਹਾਂ। ਤਾਂ ਜਦੋਂ ਅਕਾਊਂਟਿੰਗ ਈਅਰ ਹੋ ਜਾਂਦਾ ਕਿਸੇ ਵੀ ਕੰਪਨੀ ਦਾ, ਤਾਂ ਉਹਦਾ ਆਖਰਲੇ ਉਹਨੂੰ ਜੋ 8 ਮੰਥਸ ਹੈ ਉਹਦੇ ਵਿੱਚ ਉਹਨੂੰ ਬੋਨਸ ਦੇਣਾ ਪਏਗਾ ਇੱਕ ਤਾਂ। ਅਤੇ ਐਲੀਜੀਬਿਲਟੀ ਕਰਾਈਟੀਰੀਆ ਕੀ ਹੈ ਇੰਪਲੋਏ ਦਾ? ਕਿ ਉਹਨੇ ਘੱਟੋ ਘੱਟ 30 ਡੇਜ਼ ਕੰਮ ਕੀਤਾ ਹੋਣਾ ਚਾਹੀਦਾ।
30 दिन ਤਾਂ ਉਹਨੂੰ ਘੱਟੋ ਘੱਟ ਕੰਮ ਕਰਨਾ ਚਾਹੀਦਾ, ਪਊਗਾ ਹੀ ਪਊਗਾ ਜਿਹਨੂੰ ਬੋਨਸ ਚਾਹੀਦਾ ਹੈ। ਮੂਵ ਕਰਦੇ ਹਾਂ ਨੈਕਸਟ, ਜਿਹੜਾ ਆਪਣਾ 19th ਕੁਐਸਚਨ ਹੈ, ਇਨ ਦ ਕੇਸ ਆਫ ਵੀਕਲੀ ਵੇਜ ਪੀਰੀਅਡ ਔਨ ਵਟ ਡੇ ਦ ਇੰਪਲੋਇਰ ਹੈਜ਼ ਟੂ ਪੇ ਦ ਵੇਜਸ। ਤਾਂ ਵੀਕਲੀ ਜੇ ਆਪਾਂ ਵੇਜ ਪੀਰੀਅਡ 'ਤੇ ਕੰਮ ਕਰ ਰਹੇ ਹਾਂ ਤਾਂ ਜਿਹੜਾ ਇੰਪਲੋਇਰ ਹੈ ਉਹਨੂੰ ਕਦੋਂ ਮਤਲਬ ਪੇ ਕਰਨੀ ਪਏਗੀ ਵੇਜ। ਤਾਂ ਇਹਦਾ ਆਨਸਰ ਹੈ ਆਪਣਾ ਔਨ ਦ ਲਾਸਟ ਵਰਕਿੰਗ ਡੇ ਆਫ ਦ ਵੀਕ। ਜਿਹੜਾ ਲਾਸਟ ਵਰਕਿੰਗ ਡੇ ਹੈ ਉਹ ਤੇ ਉਹਨੂੰ ਉਹਦਾ ਕਲੀਅਰ ਕਰ ਦੇਣਾ ਪਏਗਾ, ਉਹਨੂੰ ਵੇਜ ਦੇ ਦੇਣੀ ਪਏਗੀ। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ, ਵਿਚ EMPLOYE ਇਜ਼ exempted from payment of fines under the code on wages 2019। ਤਾਂ ਕਿਹੜਾ EMPLOYE ਨੂੰ ਐਗਜ਼ੈਂਪਟ ਕਰ ਦਿੰਦੇ ਹਾਂ ਆਪਾਂ ਐਗਜ਼ੈਂਪਟ ਕਰ ਦਿੰਦੇ ਹਾਂ ਉਹ EMPLOYE ਨੂੰ ਜਿਹਦੀ ਏਜ 15 ਈਅਰਸ ਤੋਂ ਘੱਟ ਹੋਵੇ, 15 ਈਅਰਸ ਤੋਂ ਘੱਟ ਹੋਵੇ। ਨੈਕਸਟ ਕੁਐਸਚਨ, how many women are mandatory by code on wages 2019 to be member of advisory board। advisory board ਹੈ ਜਿਹੜਾ ਆਪਣਾ, ਉਹਦੇ ਅੰਡਰ ਕਿੰਨੀਆਂ ਮਤਲਬ ਵੂਮਨ ਹੋਣੀਆਂ ਹੀ ਚਾਹੀਦੀਆਂ ਨੇ, ਮੈਂਡੇਟਰੀ ਹੈ 1/3 ਹੋਣੀ ਹੀ ਚਾਹੀਦੀਆਂ ਨੇ। ਅਤੇ ਜਿਹੜਾ ਐਡਵਾਈਜ਼ਰੀ ਬੋਰਡ ਹੈ ਉਹ ਸੈਕਸ਼ਨ 42 ਇੰਪੋਰਟੈਂਟ ਹੈ ਯਾਦ ਰੱਖਣਾ, ਸੈਕਸ਼ਨ 42 ਦੇ ਅੰਡਰ ਆਉਂਦਾ ਹੈ। ਕੋਡ ਔਨ ਵੇਜਿਸ 2019 ਦੇ ਅੰਡਰ ਸੈਕਸ਼ਨ 42 ਦੇ ਵਿੱਚ ਐਡਵਾਈਜ਼ਰੀ ਬੋਰਡ ਦਿੱਤਾ ਗਿਆ ਹੈ। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ ਕਿ ਵਟ ਇਜ਼ ਕਰੰਟ ਨੈਸ਼ਨਲ ਮਿਨੀਮਮ ਵੇਜਿਸ ਇਨ ਇੰਡੀਆ। ਜਿਹੜੀ ਮਿਨੀਮਮ ਕਰੰਟ ਨੈਸ਼ਨਲ ਵੇਜ ਹੈ ਕਿੰਨੀ ਹੈ, ਉਹ 178 ਪਰ ਡੇ ਹੈ। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ 23rd, ਆਫਟਰ ਹਾਊ ਮੈਨੀ ਈਅਰਸ ਦ ਮਿਨੀਮਮ ਵੇਜਿਸ ਵਿਲ ਬੀ ਰਿਵਾਈਜ਼ਡ ਐਂਡ ਰਿਵਿਊਡ ਬਾਈ ਐਪਰੋਪਰੀਏਟ ਗੌਰਮੈਂਟ। ਐਪਰੋਪਰੀਏਟ ਗੌਰਮੈਂਟ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਕੋਈ ਵੀ ਹੋ ਸਕਦੀ ਜਿਹੜੀ ਕਿ ਉਹਦੇ ਉੱਤੇ ਰੂਲ ਬਣਾ ਰਹੀ ਹੈ, ਸੈਂਟਰ ਵੀ ਹੋ ਸਕਦੀ, ਸਟੇਟ ਵੀ ਹੋ ਸਕਦੀ। ਤਾਂ ਇਹਦਾ ਆਨਸਰ ਹੈ 5 ਈਅਰ, ਐਵਰੀ 5 ਈਅਰ, ਹਰ 5 ਸਾਲ ਬਾਅਦ। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ, ਜੋ ਕਿ ਸ਼ਾਇਦ ਮੈਨੂੰ ਰਿਪੀਟਡ ਲੱਗ ਰਿਹਾ, ਕੋਈ ਨਹੀਂ। ਵਟ ਇਜ਼ ਰੇਟ ਆਫ ਓਵਰ ਟਾਈਮ ਵੇਜਿਸ ਪੇਬਲ ਟੂ EMPLOYE ਔਨ ਕੋਡ ਔਨ ਵੇਜਿਸ 2019। ਤਾਂ ਰਿਪੀਟਡ ਤਾਂ ਨਹੀਂ ਹੈ ਵੈਸੇ, ਕੋਡ ਔਨ ਵੇਜਿਸ ਜਿਹੜਾ 2019 ਹੈ ਉਹਦੇ ਅਕੋਰਡਿੰਗ ਜਿਹੜਾ ਆਪਣਾ ਓਵਰ ਟਾਈਮ ਹੈ ਉਹਨੂੰ ਮਤਲਬ ਕਿਸ ਰੇਟ 'ਤੇ ਆਪਾਂ ਪੈਸੇ ਦੇਵਾਂਗੇ, ਤਾਂ ਉਹ ਜਿੰਨਾ ਵੀ ਆਰਲੀ 1 ਘੰਟੇ ਦੇ ਹਿਸਾਬ ਨਾਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਉਹਨੂੰ 1 ਘੰਟੇ 'ਚ 100 ਰੁਪਏ ਮਿਲਦੇ ਆ ਵੈਸੇ ਨੋਰਮਲੀ, ਅਤੇ ਉਹਨੂੰ 1 ਆਰ ਦੇ 200 ਮਿਲਣਗੇ ਇੰਟੂ ਦਿਸ ਮੀਨਸ ਇੰਟੂ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ, ਵਟ ਆਰ ਦ ਓਬਜੈਕਟਿਵਸ ਆਫ ਇੰਡਸਟਰੀਅਲ ਲਾਅ। ਇੰਡਸਟਰੀਅਲ ਜਿਹੜਾ ਲਾਅ ਹੈ ਬਣਾਇਆ ਗਿਆ ਉਹਦੇ ਓਬਜੈਕਟਿਵਸ ਕੀ ਹੈ। ਉਹਦੇ ਸਾਰੇ ਓਬਜੈਕਟਿਵਸ ਮੈਂ ਲਿਖਤੇ ਹੋਏ, ਅਤੇ ਤੁਹਾਨੂੰ ਪਤਾ ਹੀ ਹੈ, ਸਿੰਪਲ ਹੀ ਹੈ, ਕਾਹਦੇ ਲਈ ਹੈ, ਸੇਫਗਾਰਡ ਕਰਨਾ ਵਰਕਰਸ ਦੀ ਐਕਸਪਲੋਇਟੇਸ਼ਨ ਨੂੰ, ਕਿ ਐਕਸਪਲੋਇਟੇਸ਼ਨ ਨਾ ਹੋ ਵਰਕਰ ਦੀ, EMPLOYE ਅਤੇ EMPLOYER ਦੋਨਾਂ ਦੇ ਵਿੱਚ ਵਧੀਆ ਰਿਲੇਸ਼ਨ ਬਣਿਆ ਰਹੇ, ਅਤੇ ਇੰਪਰੂਵ ਕਰਨਾ, ਵੈਲਫੇਅਰ ਦੇਖਣਾ ਵਰਕਰਸ ਦੀ, ਅਤੇ ਕੋਈ ਵੀ ਡਿਸਪਿਊਟ ਆ ਉਹਨੂੰ ਸੈਟਲ ਕਰਨਾ। ਸਾਰੀ ਹੈਗੇ ਇਹਦੇ ਵਿੱਚ ਓਬਜੈਕਟਿਵਸ। ਮੂਵ ਕਰਦੇ ਹਾਂ, ਦ ਕੌਨਸਟੀਟਿਊਸ਼ਨ ਆਫ ਸਾਈਟ ਅਪਰੇਜ਼ਲ ਕਮੇਟੀ ਇਜ਼ ਅੰਡਰ, ਅਤੇ ਕਿਹੜੇ ਐਕਟ ਦੇ ਅੰਡਰ ਸਾਈਟ ਅਪਰੇਜ਼ਲ ਕਮੇਟੀ ਦਾ ਕੌਨਸਟੀਟਿਊਸ਼ਨ ਹੈਗਾ, ਤਾਂ ਉਹ ਹੈ ਫੈਕਟਰੀਜ਼ ਐਕਟ 1948। ਤਾਂ ਆਪਾਂ ਪੜ੍ਹ ਲੈਂਦੇ ਹਾਂ ਕਿ ਸਾਈਟ ਅਪਰੇਜ਼ਲ ਕਮੇਟੀ ਕੀ ਹੈ। ਸਾਈਟ ਅਪਰੇਜ਼ਲ ਕਮੇਟੀ ਹੈ ਜੋ ਕਿ ਐਗਜ਼ਾਮਿਨ ਕਰਦੀ ਹੈ ਤੁਹਾਡੀ ਐਪਲੀਕੇਸ਼ਨ ਨੂੰ, ਜਿਹੜੀ ਕਿ ਤੁਸੀਂ ਦਿੰਦੇ ਹੋ ਉਹਨਾਂ ਨੂੰ। ਜੇ ਕੋਈ ਤੁਸੀਂ ਐਸਟੈਬਲਿਸ਼ਮੈਂਟ, ਫੈਕਟਰੀ, ਕੁਛ ਵੀ ਮਤਲਬ ਸੈਟਅਪ ਕਰਨਾ ਹੈ ਜਿਹਦੇ ਵਿੱਚ ਕਿ ਹਜ਼ਾਰਡਸ ਜਿਹੜੇ ਕਿ ਪ੍ਰੋਸੈਸ ਇਨਵੋਲਵ ਕਰਦੀ ਹੈ ਕੋਈ ਵੀ ਫੈਕਟਰੀ, ਆਪਾਂ ਕੈਮੀਕਲ ਵਾਲੀ, ਕੁਛ ਵੀ ਪੇਂਟ ਵਾਲੀ ਜਾਂ ਫਾਰਮਾਸਿਊਟੀਕਲਸ, ਕੁਛ ਵੀ ਇੱਦਾਂ ਦਾ ਹੈਗਾ ਹੈ, ਕੋਈ ਵੀ ਫੈਕਟਰੀ ਹੈ, ਤਾਂ ਆਪਾਂ ਇਹਨਾਂ ਨੂੰ ਕੀ ਦੇਵਾਂਗੇ, ਐਪਲੀਕੇਸ਼ਨ ਦੇਵਾਂਗੇ। ਤਾਂ ਇਹਨਾਂ ਦਾ ਕੰਮ ਹੈ ਐਪਲੀਕੇਸ਼ਨ ਰਿਵਿਊ ਕਰਨਾ। ਪਰ ਐਪਲੀਕੇਸ਼ਨ ਰਿਵਿਊ ਕਰਕੇ ਅੱਗੇ ਇਹਨਾਂ ਦਾ ਕੰਮ ਕੀ ਹੈ ਕਿ ਇਹ ਸਟੇਟ ਗੌਰਮੈਂਟ ਜੋ ਹੈ, ਸਟੇਟ ਗੌਰਮੈਂਟ ਨੂੰ ਆਪਣੀ ਰეკਮੈਂਡੇਸ਼ਨ ਦੇਣਗੇ 90 ਡੇਜ਼ ਦੇ ਵਿੱਚ। ਇਹ ਵੀ ਯਾਦ ਰੱਖਣਾ ਆਪਾਂ, ਇੰਪੋਰਟੈਂਟ ਪੁਆਇੰਟ ਹੈ। 90 ਡੇਜ਼ ਦੇ ਵਿੱਚ ਸਟੇਟ ਗੌਰਮੈਂਟ ਨੂੰ ਆਪਣੀ ਰეკਮੈਂਡੇਸ਼ਨ ਦੇਣਗੇ, ਅਤੇ ਫਿਰ ਅੱਗੇ ਤਾਂ ਸਟੇਟ ਗੌਰਮੈਂਟ ਨੇ ਦੇਖਣਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ। ਸੌਰੀ, ਅੰਡਰ ਸੈਕਸ਼ਨ 41A ਆਫ ਦ ਫੈਕਟਰੀਜ਼ ਐਕਟ ਦ ਸਾਈਟ ਅਪਰੇਜ਼ਲ ਕਮੇਟੀ,
ਜੋ ਕਿ ਸੈਕਸ਼ਨ 41A ਦੇ ਵਿੱਚ ਦਿੱਤੀ ਗਈ ਹੈ ਫੈਕਟਰੀਜ਼ ਐਕਟ ਦੇ ਸਾਈਟ ਅਪਰੇਜ਼ਲ ਕਮੇਟੀ, ਜਿਹਦੇ ਵਿੱਚ ਕੀ ਦਿੱਤਾ ਗਿਆ ਕਿ 5 ਈਅਰ ਦੇ ਵਿੱਚ ਹਰ 5 ਈਅਰ ਦੇ ਵਿੱਚ ਸੈਟਅਪ ਹੋਏਗੀ ਇਹ, ਅਤੇ ਇਹਦੀ ਚੇਅਰਮੈਨਸ਼ਿਪ ਕਿਹਦੇ ਲਵੇ ਹੋਏਗੀ, ਜਿਹੜਾ ਚੀਫ ਇੰਸਪੈਕਟਰ ਹੁੰਦਾ ਫੈਕਟਰੀਜ਼ ਦਾ ਉਹਦੇ ਲਵੇ ਚੇਅਰਮੈਨਸ਼ਿਪ ਹੋਏਗੀ। ਤਾਂ ਮੂਵ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਹੈ, ਜਿੱਦਾਂ ਕਿ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟਾ ਕਿ ਮੈਕਸਿਮਮ ਡੇਲੀ ਆਵਰਸ ਆਫ ਵਰਕ ਇਨ ਅ ਡੇ ਵਿਦ ਨੋਰਮਲ ਵੇਜ ਦੇ ਨਾਲ ਕਿੰਨਾ ਹੈ, 9 ਆਵਰਸ। ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਆਪਣਾ, ਹੂ ਇਜ਼ ਐਨ ਅਡੋਲੈਸੈਂਟ ਐਜ਼ ਪਰ ਫੈਕਟਰੀਜ਼ ਐਕਟ 1948। ਅਡੋਲੈਸੈਂਟ ਕੌਣ ਹੈ, ਜੋ ਕਿ 15 ਈਅਰਸ ਤੋਂ ਉੱਪਰ ਹੈ, 15 ਈਅਰਸ ਤੋਂ ਉੱਪਰ ਹੈ, ਪਰ 18 ਤੋਂ ਲੈਸ ਹੈ। 18 ਤੋਂ ਲੈਸ, ਜੇ 18 ਤੋਂ ਉੱਪਰ ਚਲਾ ਗਿਆ ਤਾਂ ਉਹ ਐਡਲਟ ਹੋ ਜਾਏਗਾ। ਠੀਕ ਹੈ, ਇਹ ਡੈਫੀਨੇਸ਼ਨ ਹੈ। ਮੂਵ ਕਰ, ਅਤੇ ਇੱਕ ਹੋਰ ਚੀਜ਼ ਕਿ 15 ਤੋਂ ਜੇ ਘੱਟ ਹੈ ਤਾਂ ਉਹਨੂੰ ਆਪਾਂ ਚਾਈਲਡ ਕਹਿੰਦੇ ਹਾਂ। ਨੈਕਸਟ ਕੁਐਸਚਨ, ਅੰਡਰ ਦ ਪੇਮੈਂਟ ਆਫ ਗ੍ਰੈਟੂਟੀ ਐਕਟ 1972 ਦ ਮੈਕਸੀਮਮ ਗ੍ਰੈਟੂਟੀ ਪੇਮੈਂਟ ਪੇਬਲ ਇਜ਼, ਮਤਲਬ ਵੱਧ ਤੋਂ ਵੱਧ ਕਿੰਨੀ ਗ੍ਰੈਟੂਟੀ ਪੇਮੈਂਟ ਮਿਲ ਸਕਦੀ ਹੈ। ਗ੍ਰੈਟੂਟੀ ਵੈਸੇ ਇਹਦਾ ਮਤਲਬ ਹੁੰਦਾ ਕਿ ਕੋਈ ਗਿਫਟ ਦੇਣਾ ਇੰਪਲੋਇਰ ਦੁਆਰਾ ਇੰਪਲੋਈ ਨੂੰ ਖੁਸ਼ ਹੋ ਕੇ ਜਾਂ ਜਿੱਦਾਂ ਵੀ, ਤਾਂ ਉਹ ਕਿੰਨਾ ਹੋ ਸਕਦਾ, ਉਹ ਵੱਧ ਤੋਂ ਵੱਧ ਮੈਕਸੀਮਮ ਜੋ ਉਹਦੀ ਲਿਮਿਟ ਹੈ 20 ਲੱਖ ਦੀ ਹੈ। ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਆਪਣਾ, ਦ ਐਲੀਜੀਬਲ ਕੰਡੀਸ਼ਨ ਫॉर obtaining gratuity under the payment of gratuity act 1972 is, ਤਾਂ ਜੋ ਕਿ ਮੈਕਸੀਮਮ ਮਤਲਬ ਆਪਣਾ ਐਲੀਜੀਬਿਲਟੀ ਕੰਡੀਸ਼ਨ ਦਿੱਤੀ ਗਈ ਹੈ, ਮੈਕਸੀਮਮ ਤਾਂ ਨਹੀਂ, ਐਲੀਜੀਬਿਲਟੀ ਕੰਡੀਸ਼ਨ ਹੈ ਜੋ ਕਿੰਨੀ ਹੈ, ਉਹ 5 ਈਅਰਸ ਦੀ ਸਰਵਿਸ ਆ, ਉਹ 5 ਸਾਲ ਦੀ ਸਰਵਿਸ ਕੀਤੀ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਗ੍ਰੈਟੂਟੀ ਮਤਲਬ ਤੁਸੀਂ ਐਲੀਜੀਬਲ ਹੋਣਾ ਉਹਦੇ ਅੰਡਰ। ਮੂਵ ਕਰਦੇ ਹਾਂ ਆਪਾਂ। 31st ਕੁਐਸਚਨ ਹੈ ਆਪਣਾ, ਵਿਚ ਇਜ਼ ਦ ਈਅਰ ਆਫ ਦੀ ਡੈਕਲੇਰੇਸ਼ਨ ਆਫ ਰਾਈਟਸ ਆਫ ਚਾਈਲਡ। ਤਾਂ ਰਾਈਟਸ ਆਫ ਚਾਈਲਡ ਦਾ ਡੈਕਲੇਰੇਸ਼ਨ ਦਾ ਈਅਰ ਹੈਗਾ 1959, ਅਤੇ ਜੋ ਆਪਣਾ ਡੈਕਲੇਰੇਸ਼ਨ ਆਫ ਦ ਰਾਈਟਸ ਆਫ ਚਾਈਲਡ ਹੈ ਉਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਇਹਨਾਂ ਨੇ ਅਡੋਪਟ ਕੀਤਾ ਸੀ ਉਸ ਸਾਲ ਦੇ ਵਿੱਚ, ਤਾਂ ਆਪਾਂ ਇਹਨੂੰ ਈਅਰ ਮੰਨਦੇ ਹਾਂ ਉਹਦਾ, ਡੈਕਲੇਰੇਸ਼ਨ ਆਫ ਰਾਈਟਸ ਆਫ ਚਾਈਲਡ ਦਾ। ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਆਪਣਾ, ਵਿਚ ਸੈਕਸ਼ਨ ਆਫ ਚਾਈਲਡ ਲੇਬਰ ਐਕਟ 1986 ਡਿਫਾਈਨਸ ਦ ਟਰਮ ਚਾਈਲਡ। ਤਾਂ ਚਾਈਲਡ ਟਰਮ ਕਿਹੜੇ ਸੈਕਸ਼ਨ ਦੇ ਅੰਡਰ ਡਿਫਾਈਨ ਕੀਤੀ ਗਈ ਹੈ, ਇੰਪੋਰਟੈਂਟ ਹੈ, ਸੈਕਸ਼ਨ 2 ਸਬ ਪਾਰਟ 2। ਮੂਵ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਆਪਣਾ 33rd, ਐਜ਼ ਪਰ ਦ ਚਾਈਲਡ ਲੇਬਰ ਐਕਟ 1986 a child should not be permitted to work between dash and dash। ਤਾਂ ਸ਼ਾਮੀ, ਜਿੱਦਾਂ ਕਿ ਆਪਾਂ ਇਹਦਾ ਆਨਸਰ ਹੈਗਾ 7 PM ਤੋਂ ਬਾਅਦ ਅਤੇ 8 PM ਤੱਕ ਸ਼ਾਮ ਦੇ, ਅਤੇ ਸਵੇਰ ਦੇ 8 AM ਤੱਕ ਸ਼ਾਮ ਦੇ 7 PM ਤੋਂ ਚਾਈਲਡ ਪਰਮਿਟਡ ਨਹੀਂ ਹੈ ਕੰਮ ਕਰਨ ਲਈ। ਤਾਂ ਨੈਕਸਟ ਮੂਵ ਕਰਦੇ ਹਾਂ ਆਪਣਾ। ਨੈਕਸਟ ਕੁਐਸਚਨ ਹੈ, ਦ ਪੀਰੀਅਡ ਆਫ ਵਰਕ ਆਫ ਚਾਈਲਡ ਅੰਡਰ ਚਾਈਲਡ ਲੇਬਰ ਐਕਟ 1986 ਸ਼ੁੱਡ ਨਾਟ ਐਕਸੀਡ। ਤਾਂ ਪੀਰੀਅਡ ਕਿੰਨਾ ਨਹੀਂ ਐਕਸੀਡ ਕਰਨਾ ਚਾਹੀਦਾ, 3 ਆਵਰਸ। 3 ਆਵਰਸ ਲਿਮਿਟ ਹੈ ਮੈਕਸੀਮਮ ਵਰਕ ਕਰਨ ਦੀ ਇੱਕ ਚਾਈਲਡ ਦੀ। ਤਾਂ ਆਪਾਂ ਇੱਕ ਇਹ ਚੀਜ਼ 'ਚ ਬਹੁਤ ਕਨਫਿਊਜ਼ਨ ਹੁੰਦੀ ਹੈ, ਮੈਨੂੰ ਕਈ ਵਾਰ ਪੁੱਛਦੇ ਆ ਲੋਕ, ਤਾਂ ਮੈਂ ਤੁਹਾਨੂੰ ਕੰਪਾਈਲ ਹੀ ਕਰਕੇ ਦੱਸਦਾ ਸਾਰਾ ਡਾਟਾ ਤੁਹਾਡੇ ਅੱਗੇ ਆ ਹੈ ਕਿ ਕਨਫਿਊਜ਼ਨ ਬਹੁਤ ਹੈ ਇਹਦੇ ਵਿੱਚ, ਪਰ ਮੈਂ ਤੁਹਾਨੂੰ ਤੁਸੀਂ ਸਿੱਧਾ ਹੀ ਪੜ੍ਹ ਸਕਦੇ ਕਿ ਫੈਕਟਰੀ ਐਕਟ ਜਿਹੜਾ 1948 ਦੇ ਅਕੋਰਡਿੰਗ, ਇਸ ਦੇ ਅਕੋਰਡਿੰਗ ਜੇ 10 ਵਿਦ ਦੀ ਏਡ ਆਫ ਪਾਵਰ ਕੰਮ ਕਰ ਰਿਹਾ ਤਾਂ 20 ਵਿਦਆਊਟ ਦੀ ਏਡ ਆਫ ਪਾਵਰ ਕੰਮ ਕਰ ਰਿਹਾ ਤਾਂ ਉਹਨੂੰ ਆਪਾਂ ਫੈਕਟਰੀ ਮੰਨਾਂਗੇ। ਅਤੇ ਇੰਡਸਟਰੀਅਲ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ 1951 ਦੇ ਅਕੋਰਡਿੰਗਲੀ 50 ਵਿਦ ਦੀ ਏਡ ਆਫ ਪਾਵਰ ਐਂਡ 100 ਵਿਦਆਊਟ ਏਡ ਆਫ ਪਾਵਰ ਕੰਮ ਕਰ ਰਿਹਾ ਤਾਂ ਉਹਨੂੰ ਆਪਾਂ ਫੈਕਟਰੀ ਮੰਨਾਂਗੇ। ਐਂਡ ਓਕਿਊਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020 ਉਹਦੇ ਅਕੋਰਡਿੰਗ ਜਿਹੜੇ 20 ਵਿਦ ਦੀ ਏਡ ਆਫ ਪਾਵਰ ਐਂਡ 40 ਵਿਦਆਊਟ ਦੀ ਏਡ ਆਫ ਪਾਵਰ, ਇਹ ਆਪਾਂ ਉਹਨਾਂ ਨੂੰ ਫੈਕਟਰੀ ਮੰਨਾਂਗੇ। ਅਤੇ ਆਪਾਂ ਕੰਪਾਈਲ ਕਰਕੇ ਦੱਸਦਾ ਹੋਇਆ ਡਾਟਾ, ਬਿਲਕੁਲ ਕਨਫਿਊਜ਼ ਨਹੀਂ ਹੋਣਾ। ਨਹੀਂ ਕੋਈ ਕਹਿੰਦਾ ਕਿ ਤੁਸੀਂ ਪਹਿਲਾਂ 10 ਦੱਸਿਆ ਸੀ, 50 ਦੱਸਿਆ ਸੀ, 20 ਦੱਸਿਆ ਸੀ, ਮੈਂ ਤੁਹਾਨੂੰ ਸਾਰਾ ਦੱਸਦਾ ਹੋਇਆ ਕਿ ਕਿਸ ਐਕਟ ਦੇ ਅਕੋਰਡਿੰਗ ਕੀ ਹੈਗਾ ਹੈ
तो मैं जो दसिया तुहानूं ये बिल्कुल सही डाटा है, तुसी एज इट इज़ याद करना इनू। मूव करते हैं नैक्सट क्वेश्चन अपना, विच ऑफ द फॉलोइंग स्कीम्स हैव बीन फ्रेमड अंडर द इंपलॉयज़ प्रोविडेंट फंड एक्ट। तो जोड़ा इंपलॉयज़ प्रोविडेंट फंड एक्ट है ਉਹਦੇ अंडर ਕਿਹੜੀ ਕਿਹੜੀ ਸਕੀਮਸ ਹੈ ਇਹਦੇ ਵਿੱਚ, ਆਪਣਾ ਸਾਰੀਆਂ ਸਕੀਮਸ ਆ ਉਹਦੇ ਅੰਡਰ। ਤਾਂ ਇੰਪਲੋਇਜ਼ ਪ੍ਰੋਵੀਡੈਂਟ ਫੰਡ ਸਕੀਮ, ਠੀਕ ਹੈ ਜੀ, ਅਤੇ ਇੰਪਲੋਇਜ਼ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਜਿਹਦੇ ਥਰੂ ਇੰਸ਼ੋਰ ਕੀਤਾ ਜਾਂਦਾ ਪੈਸਾ, ਅਤੇ ਤੀਜੀ ਹੈਗੀ ਹੈ ਇੰਪਲੋਇਜ਼ ਪੈਨਸ਼ਨ ਸਕੀਮ 1995। ਸਹੀ ਹੈ ਬਿਲਕੁਲ। मूव करते हैं नैक्सट क्वेश्चन अपना, अंडर विच सैक्शन इंपलॉयज़ प्रोविडेंट फंड एपीलेट ट्रिब्यूनल। ये मैं पिछली वीडियो च भी कराया सी, ਉਹਦੇ ਵਿੱਚ ਵੀ ਦੱਸਿਆ ਸੀ ਕਿ ਕਾफ़ी ਇੰਪੋਰਟੈਂਟ ਹੋ ਸਕਦਾ ਇਹ ਸੈਕਸ਼ਨ। ਤਾਂ ਐਪੀਲੇਟ ਟ੍ਰਿਬਿਊਨਲ ਕਿਹੜੇ ਸੈਕਸ਼ਨ 'ਚ ਹੈ, 7D ਦੇ ਵਿੱਚ। ਐਂਡ ਬਾਕੀ ਸੈਕਸ਼ਨ ਵੀ ਆਪਾਂ ਨਾਲ ਦੇਖ ਲੈਂਦੇ ਹਾਂ ਕਿ ਜਿਹੜਾ 6A ਹੈ ਉਹਦੇ ਵਿੱਚ ਪੈਨਸ਼ਨ ਫੰਡ ਹੈ, ਜਿਹੜਾ ਪੈਨਸ਼ਨ ਸਕੀਮ ਹੈ ਇੰਪਲੋਇਜ਼ ਪੈਨਸ਼ਨ ਸਕੀਮ, ਉਹਦੇ 6A ਦੇ ਵਿੱਚ ਹੈ ਪੈਨਸ਼ਨ ਸਕੀਮ। ਐਂਡ 6C ਦੇ ਵਿੱਚ ਹੈਗੀ ਹੈ ਇੰਪਲੋਇਜ਼ ਡਿਪੋਜ਼ਿਟ ਲਿੰਕਡ ਇੰਸ਼ੋਰੈਂਸ ਵਾਲੀ। ਤਾਂ ਐਂਡ 7D ਆਪਾਂ ਪੜ੍ਹ ਹੀ ਚੁੱਕੇ ਹਾਂ, ਜਿਹਦੇ ਵਿੱਚ ਕੀ ਐਪੀਲੇਟ ਟ੍ਰਿਬਿਊਨਲ ਹੈ। ਐਂਡ ਆਪਾਂ ਨੈਕਸਟ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਆਪਣਾ, ਯੂਨੀਵਰਸਲ ਅਕਾਊਂਟ ਨੰਬਰ ਇਜ਼ ਅਲੋਟਡ ਟੂ। ਜਿਹੜਾ ਯੂਨੀਵਰਸਲ ਅਕਾਊਂਟ ਨੰਬਰ ਹੈ ਉਹ ਕਿਹਨੂੰ ਅਲੋਟ ਕੀਤਾ ਜਾਂਦਾ ਹੈ? ਦੇਖੋ ਉਹ ਕੀਤਾ ਜਾਂਦਾ ਹੈ ਸਿੰਗਲ ਮੈਂਬਰ ਨੂੰ, ਇੱਕੋ ਹੀ ਬੰਦੇ ਨੂੰ ਦਿੱਤਾ ਜਾਂਦਾ ਹੈ। ਜਿੱਦਾਂ ਕਿ ਇੱਕ ਬੰਦਾ ਹੈ ਇਨਫੋਸਿਸ 'ਚ ਕੰਮ ਕਰ ਰਿਹਾ, ਛੱਡਤੀ ਇਨਫੋਸਿਸ, ਛੱਡਤੀ TCS 'ਚ ਆ ਗਿਆ, TCS ਵੀ ਛੱਡਤੀ, ਵਿਪਰੋ 'ਚ ਆ ਗਿਆ, ਤਾਂ ਉਹਦੇ ਲਵੇ ਜਿਹੜੇ ਕੀ ਹੈ ਮਲਟੀਪਲ ID ਹੋ ਜਾਣਗੀਆਂ ਉਹਦੇ ਵਿੱਚ। EPF ਅਕਾਊਂਟ ਦੇ ਉਹਦੇ ਵਿੱਚ ਉਹਦੇ ਲਵੇ ਨਾ ਅੱਡ ਅੱਡ ਕੰਪਨੀ ਦੀ ਅੱਡ ਅੱਡ ID ਹੋ ਜਾਣਗੀਆਂ, ਅੱਡ ਅੱਡ ਅਕਾਊਂਟ ਹੋ ਜਾਣਗੇ। ਤਾਂ ਉਹਨੂੰ ਕੰਬਾਈਨ ਕਰਨ ਲਈ ਇੱਕ EPF ਵਾਲੇ ਯੂਨੀਵਰਸਲ ਅਕਾਊਂਟ ਨੰਬਰ ਉਹਨੂੰ ਅਲੋਟ ਕਰ ਦੇਣਗੇ, ਜਿਹਦੇ ਅੰਡਰ ਉਹ ਆਪਣੇ ਅਕਾਊਂਟ ਟਰਾਂਸਫਰ ਕਰ ਸਕਦਾ ਹੈ ਇੱਕ ਤੋਂ ਦੂਸਰੇ ਵਿੱਚ ਜਦੋਂ ਉਹ ਕੰਪਨੀ ਸਵਿਚ ਕਰਦਾ। ਤਾਂ ਇਹਦਾ ਮਤਲਬ ਇਹੀ ਹੈ। ਅਤੇ ਆਪਾਂ ਦੇਖ ਲੈਂਦੇ ਹਾਂ ਕਿ ਜਿਹੜਾ UN ਹੈ ਇਹ 12 ਡਿਜਿਟ ਨੰਬਰ ਹੈ, ਇਹਨੂੰ ਇਸ਼ੂ ਕੌਣ ਕਰਦਾ? ਇਹਨੂੰ ਇਸ਼ੂ ਕੀਤਾ ਜਾਂਦਾ ਹੈ ਮਿਨਿਸਟਰੀ ਆਫ ਲੇਬਰ ਦੁਆਰਾ, ਅਤੇ ਇਹਨੂੰ ਅਸਾਈਨ ਕੌਣ ਕਰਦਾ? ਅੱਗੇ ਦਿੰਦਾ ਕੌਣ ਹੈ? ਅਸਾਈਨ ਤੁਹਾਨੂੰ ਕੌਣ ਕਰਦਾ? ਉਹ EPF ਵਾਲਾ ਹੀ ਕਰਦਾ ਹੈ, ਇੰਪਲੋਇਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ। ਐਂਡ ਵੀ ਆਰ ਮੂਵਿੰਗ ਟੂ ਦ ਨੈਕਸਟ ਕੁਐਸਚਨ, ਕੁਐਸਚਨ ਨੰਬਰ 38, ਦ ਇੰਪਲੋਇਜ਼ ਕੰਟਰੀਬਿਊਸ਼ਨ ਟੂ ਦ ਫੰਡ ਸ਼ੈਲ ਬੀ। ਜਿਹੜਾ ਇੰਪਲੋਇਰ ਹੈ ਉਹਦਾ ਕੰਟਰੀਬਿਊਸ਼ਨ ਕਿੰਨਾ ਹੋਣਾ ਚਾਹੀਦਾ? 10%। मूव करते हैं नैक्सट क्वेश्चन है, वट इज़ द प्रेजेंट वेज लिमिट टू बी एलिजिबल टू बी कवर्ड अंडर द EPFO। तो वेज लिमिट 15,000 है जो तुसी EPFO के अंडर कवर होना। वैसे तुसी 15,000 तो उपर भी हो सकते हो, पर दोनों की कंसेंट चाहिए, इंपलॉय की भी तो इंपलॉयर की भी। एंड मूव करते हैं नैक्सट क्वेश्चन 40th, द अकाउंट्स ऑफ द सेंट्रल बोर्ड इज़ ऑडिटेड एनुअली बाय। जो कि सेंट्रल बोर्ड है अपना, ਉਹਦੇ ਅਕਾਊਂਟ ਕੌਣ ਆਡਿਟ ਕਰਦਾ? CAG, ਕੰਪਟਰੋਲਰ ਐਂਡ ਆਡੀਟਰ ਜਨਰਲ, ਜੋ ਕਿ ਮੈਂ ਤੁਹਾਨੂੰ ਦੱਸਿਆ ਵੀ ਹੋਇਆ, ਵੈਸੇ ਦੁਬਾਰਾ ਦੇਖ ਲਓ, ਆਰਟੀਕਲ 148 ਦੇ ਵਿੱਚ ਹੈਗਾ ਹੈ। ਅਤੇ ਜੋ ਕਿ ਗੌਰਮੈਂਟ ਆਫ ਇੰਡੀਆ ਦੇ ਵੀ ਖਾਤੇ ਮਤਲਬ ਅਕਾਊਂਟ ਜੋ ਹੈ ਉਹ ਇਹੀ ਆਡਿਟ ਕਰਦਾ ਹੈ, ਇਹੀ ਦੇਖਦਾ ਹੈ। ਐਂਡ ਦੇਖ ਲੈਂਦੇ ਹਾਂ ਆਪਾਂ ਸੈਂਟਰਲ ਬੋਰਡ ਜੋ ਹੈ ਉਹਨੂੰ ਅਪੋਇੰਟ ਕੌਣ ਕਰਦਾ? ਉਹਨੂੰ ਸੈਂਟਰਲ ਗੌਰਮੈਂਟ ਹੀ ਅਪੋਇੰਟ ਕਰਦੀ ਹੈ। ਅਤੇ ਉਹਦੇ ਵਿੱਚੋਂ ਕੀ ਹੁੰਦਾ ਕਿ ਉਹ 10 ਮੈਂਬਰ ਹੈ ਜੇ ਅਪੋਇੰਟ ਕਰਦੀ ਹੈ ਸੈਂਟਰਲ ਗੌਰਮੈਂਟ, ਜੋ ਕਿ ਇੰਪਲੋਇਜ਼ ਜਿਹੜੇ ਕੰਮ ਕਰ ਰਹੇ ਆ ਉਹਨੂੰ ਰਿਪਰੈਜ਼ੈਂਟ ਕਰਨ, ਉਹਦੇ ਇੰਟਰਸਟ ਦੇ ਵਿੱਚ ਦੇਖਣ। ਐਂਡ ਮੂਵ ਕਰਦਾ ਨੈਕਸਟ ਕੁਐਸਚਨ ਆ ਆਪਣਾ 41st, ਅਕੋਰਡਿੰਗ ਟੂ ਦੀ ਮੈਟਰਨਿਟੀ ਬੈਨੀਫਿਟ ਐਕਟ 1961। ਆਪਾਂ ਯਾਦ ਕਰਨੇ ਇਹ ਵੀ ਚੱਲਣਾ ਹੈ ਕਿ ਕਿਹੜਾ ਐਕਟ ਕਦੋਂ ਆਇਆ ਸੀ, ਇਹ ਵੀ ਆਪਾਂ ਯਾਦ ਕਰਦੇ ਚੱਲਣਾ। ਦ ਮੈਕਸੀਮਮ ਪੀਰੀਅਡ ਫॉर विच एनी वुमेन शैल बी एंटाइटल्ड टू मैटरनिटी बेनीफिट शैल बी। तो कितना है जी 26 वीक्स मैक्सीमम जोड़ा बेनीफिट उन्होंने मिल सकता। एंड मूव करते हैं नैक्सट क्वेश्चन अपना, अंडर विच सैक्शन क्रिच फैसिलिटी किहड़े सैक्शन दे विच दित्ती गई है? एंड सैक्शन इज़ 11A। एंड ਆਪਾਂ ਨਾਲ ਦੀ ਨਾਲ ਦੂਸਰੇ ਸੈਕਸ਼ਨ ਵੀ ਇੱਕ ਵਾਰ ਦੇਖ ਲੈਂਦੇ ਹਾਂ, ਜੋ ਕਿ ਸੈਕਸ਼ਨ ਜਿਹੜਾ 5 ਹੈ ਉਹਦੇ ਵਿੱਚ ਦਿੱਤਾ ਗਿਆ ਹੈ ਕਿ ਐਲੀਜੀਬਿਲਟੀ ਕੌਣ ਵੂਮਨ ਕਿੱਦਾਂ ਐਲੀਜੀਬਲ ਹੈ ਅਤੇ ਕੀ ਉਹਨੂੰ ਬੈਨੀਫਿਟ ਮਿਲਣਗੇ। ਕੁਝ ਜ਼ਿਆਦਾ ਹੀ
ਗੰਦਾ ਪੈ ਗਿਆ ਐਂਡ ਜਿਹੜਾ ਸੈਕਸ਼ਨ 14 ਹੈ ਉਹਦੇ ਵਿੱਚ ਕੀ ਹੈ ਕਿ ਇੱਕ ਇੰਸਪੈਕਟਰ ਹੈ ਉਹਨੂੰ ਅਪੋਇੰਟ ਕੀਤਾ ਜਾਏਗਾ ਤਾਂ ਕਿ ਜੋ ਇਹ ਸਭ ਦੇਖੇ ਰੂਲਸ ਐਂਡ ਰੈਗੂਲੇਸ਼ਨ। मूव करते हैं। नेक्स्ट क्वेश्चन है अंडर द मैटरनिटी बेनिफिट एक्ट 1961 वुमेन विल गेट अ मेडिकल बोनस ऑफ मेडिकल बोनस कितना मिलेगा 3500 है। एंड मूव करते हैं। नेक्स्ट क्वेश्चन है अपना कि ट्रेड यूनियन कम्स अंडर विच आर्टिकल ऑफ इंडियन कॉन्स्टिट्यूशन। तो ट्रेड यूनियन जो है कि वो किहड़े आर्टिकल के अंडर आती है इंडियन कॉन्स्टिट्यूशन के। ਤਾਂ ਇੰਡੀਅਨ ਕੌਂਸਟੀਟਿਊਸ਼ਨ ਦੇ 19th ਜਿਹੜਾ ਕਿ ਆਰਟੀਕਲ ਹੈ ਉਹਦਾ ਸਬ ਪਾਰਟ ਫਸਟ ਦੇ ਸੀ ਦੇ ਵਿੱਚ ਆਉਂਦੀ ਹੈ ਜੋ ਕਿ ਇੱਕ ਫੰਡਾਮੈਂਟਲ ਰਾਈਟ ਹੈ। ਜੇ ਤੁਸੀਂ ਪੋਲਿਟੀ ਪੜ੍ਹੀ ਹੋਏਗੀ ਤਾਂ ਤੁਹਾਨੂੰ ਪਤਾ ਹੋਏਗਾ ਇਹ ਚੀਜ਼। ਐਂਡ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਆ ਆਪਣਾ ਮਿਨੀਮਮ ਨੰਬਰ ਆਫ ਮੈਂਬਰਸ ਰਿਕੁਆਇਰਡ ਫॉर ਰਜਿਸਟ੍ਰੇਸ਼ਨ ਆਫ ਦਾ ਟ੍ਰੇਡ ਯੂਨੀਅਨ। ਤਾਂ ਟ੍ਰੇਡ ਯੂਨੀਅਨ ਦੀ ਰਜਿਸਟ੍ਰੇਸ਼ਨ ਵਾਸਤੇ ਮਿਨੀਮਮ 7 ਮੈਂਬਰ ਹੋਣੇ ਚਾਹੀਦੇ ਆ। And moving to the next question 46th who gives registration certificate to trade union। trade union ਨੂੰ registration ਦਾ certificate registrar ਦਿੰਦਾ ਹੈ। move ਕਰਦੇ ਹਾਂ ਆਪਣਾ next question ਹੈ a person is qualified to be chosen as a member of executive or any other office bearer of the registered trade union if he attains the age of। ਤਾਂ ਜਿਹੜੀ ਵੀ ਕੋਈ ਵੀ ਰਜਿਸਟਰਡ ਹੈ ਕੋਈ ਟ੍ਰੇਡ ਯੂਨੀਅਨ ਰਜਿਸਟਰਡ ਹੈ ਤਾਂ ਉਹਦਾ ਤੁਹਾਨੂੰ ਜੇ ਐਗਜ਼ੀਕਿਊਟਿਵ ਮੈਂਬਰ ਬਣਨਾ ਹੈ ਆਫੀਸ਼ੀਅਲੀ ਤਾਂ ਤੁਹਾਡੀ ਏਜ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ 18 ਈਅਰਸ ਹੋਣੀ ਚਾਹੀਦੀ ਹੈ। ਉਦੋਂ ਪਹਿਲਾਂ ਨਹੀਂ ਬਣ ਸਕਦੇ ਤੁਸੀਂ। ਐਂਡ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ not more than 25% of the members of the office bearers of the trade union can be outsiders as per provisions of legislation। ਤਾਂ ਇਹਦਾ ਮਤਲਬ ਹੈ ਕਿ 25% ਤੋਂ ਜ਼ਿਆਦਾ ਜਿਹੜੇ ਕਿ ਮੈਂਬਰ ਬਾਹਰਲੇ ਨਹੀਂ ਹੋ ਸਕਦੇ ਟ੍ਰੇਡ ਯੂਨੀਅਨ ਤੋਂ ਜੋ ਕਿ ਮੈਂਬਰ ਹੋਣ ਬਾਹਰਲੇ ਨਹੀਂ ਮੈਂਬਰ ਬਣ ਸਕਦੇ 25% ਤੋਂ ਜ਼ਿਆਦਾ। ਇਹ ਕਿਹੜੇ ਐਕਟ ਦੇ ਵਿੱਚ ਦਿੱਤਾ ਗਿਆ ਟ੍ਰੇਡ ਯੂਨੀਅਨ ਐਕਟ ਦੇ ਵਿੱਚ ਦਿੱਤਾ ਗਿਆ ਆਪਾਂ ਨੂੰ। ਐਂਡ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਆਪਣਾ ਇਨ ਵਿਚ ਸੈਕਸ਼ਨ ਆਫ ਦੀ ਇੰਪਲੋਇਜ਼ ਕੰਪਨਸੇਸ਼ਨ ਐਕਟ 1923 ਡੈਫੀਨੇਸ਼ਨ ਆਫ ਡਿਪੈਂਡੈਂਟ ਇਜ਼ ਮੈਂਸ਼ਨਡ। ਤਾਂ ਜਿਹੜੀ ਡਿਪੈਂਡੈਂਟ ਦੀ ਡੈਫੀਨੇਸ਼ਨ ਕਿੱਥੇ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਸੈਕਸ਼ਨ 2 ਸਬ ਪਾਰਟ ਏ ਸਬ ਪਾਰਟ ਡੀ ਦੇ ਵਿੱਚ ਆਪਣੀ ਡੈਫੀਨੇਸ਼ਨ ਦਿੱਤੀ ਗਈ ਹੈ। ਕਾਹਦੀ ਡਿਪੈਂਡੈਂਟ ਦੀ ਡਿਪੈਂਡੈਂਟ ਮਤਲਬ ਕਿ ਜੋ ਅਗਰ ਕੋਈ ਇਨਸਾਨ ਕੰਮ ਕਰ ਰਿਹਾ ਤਾਂ ਉਹਦੇ ਉੱਤੇ ਉਹਦੀ ਸਾਰੀ ਫੈਮਿਲੀ ਡਿਪੈਂਡੈਂਟ ਹੈ। ਉਹਦੇ ਬੱਚੇ ਵੀ ਹਲੇ ਮਤਲਬ ਐਡਲਟ ਨਹੀਂ ਹੈ ਮਤਲਬ 18 ਤੋਂ ਹਲੇ ਛੋਟੇ ਆ। ਅਤੇ ਆਪਾਂ ਇਹਦੇ ਵਿੱਚ ਦਿੱਤਾ ਕੀ ਗਿਆ ਕਿ ਜਿਹੜੇ ਕਿ ਡਿਪੈਂਡੈਂਟ ਹੈ ਅਤੇ ਜੇ ਉਹਨਾਂ ਦੇ ਬੱਚੇ ਡਿਪੈਂਡੈਂਟ ਹੈ ਅਤੇ ਉਹਨਾਂ ਦੀ ਕੋਈ ਡੈਥ ਹੋ ਜਾਂਦੀ ਹੈ ਬਾਈ ਚਾਂਸ ਤਾਂ ਉਹਨਾਂ ਦੇ ਬੱਚੇ ਜਦ 18 ਤੋਂ ਉੱਪਰ ਹੋ ਜਾਣਗੇ ਤਾਂ ਉਹਨਾਂ ਨੂੰ ਉਹਨਾਂ ਦੀ ਜੋਬ ਦੇ ਦਿੱਤੀ ਜਾਏਗੀ। ਇਹ ਹੈਗਾ ਆਪਣਾ ਇੰਪਲੋਇਜ਼ ਕੰਪਨਸੇਸ਼ਨ ਐਕਟ ਦੇ ਵਿੱਚ 1923। ਐਂਡ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਆਪਣਾ ਐਜ਼ ਪਰ ਦ ਨਿਊ ਇੰਡਸਟਰੀਅਲ ਰਿਲੇਸ਼ਨ ਕੋਡ 2020 ਦ ਟ੍ਰੇਡ ਯੂਨੀਅਨ ਹੈਜ਼ ਟੂ ਗਿਵ ਡੇਜ਼ ਨੋਟਿਸ ਡੈਸ਼ ਪਾਇਆ ਹੀ ਨਹੀਂ ਚਲੋ ਕੋਈ ਨਹੀਂ ਬਿਫੋਰ ਗੋਇੰਗ ਔਨ ਸਟ੍ਰਾਈਕ। ਤਾਂ 14 ਡੇਜ਼ ਦਾ ਨੋਟਿਸ ਦੇਣਾ ਪਏਗਾ ਸਟ੍ਰਾਈਕ 'ਤੇ ਜਾਣ ਤੋਂ ਪਹਿਲਾਂ। ਤੁਸੀਂ ਇੱਦਾਂ ਨਹੀਂ ਹੈ ਕਿ ਤੁਸੀਂ ਅੱਜ ਡਿਸਾਈਡ ਕਰ ਲਿਆ ਕੱਲ੍ਹ ਤੁਸੀਂ ਸਟ੍ਰਾਈਕ 'ਤੇ ਚੱਲ ਗਏ ਤੁਹਾਨੂੰ ਪਹਿਲਾਂ ਨੋਟਿਸ ਦੇਣਾ ਹੀ ਪਏਗਾ। ਐਂਡ ਐਜ਼ ਪਰ ਨਿਊ ਇੰਡਸਟਰੀਅਲ ਰਿਲੇਸ਼ਨ ਕੋਡ 2020 established with less dash workmen can lay off retrenched closed without government approval। ਤਾਂ ਇਹਦਾ ਆਨਸਰ ਹੈ 300। ਮੈਂ ਸਮਝਾ ਵੀ ਦਿੰਦਾ ਤੁਹਾਨੂੰ ਕਿ ਇਹਦਾ ਮਤਲਬ ਹੈ ਕਿ ਜੇ ਕੋਈ ਮਤਲਬ ਫੈਕਟਰੀ ਨੇ ਬੰਦ ਕਰਨਾ ਹੈ ਠੀਕ ਹੈ ਤਾਂ ਜੇ ਉਹਦੇ ਲਈ 300 ਤੋਂ ਜ਼ਿਆਦਾ ਬੰਦੇ ਕੰਮ ਕਰ ਰਿਹਾ ਤੁਹਾਨੂੰ ਗੌਰਮੈਂਟ ਦੀ ਅਪਰੂਵਲ ਲੈਣੀ ਪਏਗੀ। ਗੌਰਮੈਂਟ ਦੀ ਅਪਰੂਵਲ ਲਏ ਬਿਨਾਂ ਨਹੀਂ ਬੰਦ ਕਰ ਸਕਦਾ ਕਿ ਅੱਜ ਤੁਸੀਂ ਕਹਤਾ ਵੀ ਜਾਓ ਜੀ ਆਪਣੀ ਫੈਕਟਰੀ ਚੱਲ ਨਹੀਂ ਰਹੀ ਪ੍ਰੋਫਿਟੇਬਲ ਨਹੀਂ ਰਹੀ ਆਪਾਂ ਤੁਹਾਡੇ ਤੋਂ ਕੰਮ ਨਹੀਂ ਕਰਾਉਣਾ ਇੱਦਾਂ ਨਹੀਂ ਕਰ ਸਕਦੇ। ਜੇ ਤੁਹਾਡੇ ਲਵੇ 300 ਤੋਂ ਵੱਧ ਬੰਦੇ ਆ ਤੁਹਾਨੂੰ ਗੌਰਮੈਂਟ ਤੋਂ ਅਪਰੂਵਲ ਲੈਣੀ ਪਏਗੀ ਪਹਿਲਾਂ। ਮੂਵ ਕਰਦੇ ਆਪਾਂ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਆਪਣਾ ਐਜ਼ ਪਰ ਨਿਊ ਸੋਸ਼ਲ ਸਿਕਿਉਰਿਟੀ ਕੋਡ 2020 person who performs work or participates in a work arrangement and earns from different activity outside of traditional employee relationship are known as। ਇਹਦਾ ਮਤਲਬ ਹੈ ਕਿ ਟ੍ਰੈਡੀਸ਼ਨਲ
ਇੰਪਲੋਇਰ ਰਿਲੇਸ਼ਨ ਤੋਂ ਬਾਹਰ, ਜਿੱਦਾਂ ਕਿ ਕੋਈ ਮਤਲਬ ਬੰਦਾ ਹੈ, ਕੰਟਰੈਕਟ ਕਰ ਲਿਆ ਉਹਨੇ ਜਾਂ ਕੰਪਨੀ ਦੇ ਵਿੱਚ ਚਲਾ ਗਿਆ ਜੋ ਕਿ ਨੋਰਮਲੀ ਕੰਮ ਕਰ ਰਿਹਾ ਹੈ। ਜਿੱਦਾਂ ਇੱਕ ਸੋਫਟਵੇਅਰ ਇੰਜੀਨੀਅਰ ਹੈ, ਉਹ ਜਾ ਕੇ ਸੋਫਟਵੇਅਰ ਇੰਜੀਨੀਅਰ ਬਣਾ ਰਿਹਾ ਹੈ, ਸੋਫਟਵੇਅਰ ਬਣਾ ਰਿਹਾ, ਇੰਜੀਨੀਅਰ ਤਾਂ ਕੀ ਬਣਾ ਰਿਹਾ ਉਹ, ਅਤੇ ਉਹ ਜਾ ਕੇ ਜੇ ਸੋਫਟਵੇਅਰ ਬਣਾ ਰਿਹਾ, ਨੋਰਮਲ ਕੰਮ ਕਰ ਰਿਹਾ, ਠੀਕ ਹੈ। ਉਹ ਨਹੀਂ ਇਹਨੇ ਕਿਹਾ, ਉਹਨੇ ਕਿਹਾ ਕਿ ਉਦੋਂ ਇਲਾਵਾ ਜਿਹੜੇ ਬਾਹਰੋਂ ਬਾਹਰ ਕੰਮ ਕਰਦੇ ਕੰਪਨੀ ਦਾ, ਬਾਹਰੋਂ ਬਾਹਰ ਹੀ ਕੰਮ ਕਰ ਦਿੰਦੇ ਕੰਪਨੀ ਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਉਹਨੂੰ ਗਿਗਜ਼ ਵਰਕਰ ਕਹਿੰਦੇ ਹਾਂ, ਗਿਗ ਵਰਕਰਸ ਕਹਿ ਦਿੰਦੇ ਹਾਂ ਮਤਲਬ। ਚਲੋ ਤਾਂ ਮੂਵ ਕਰਦੇ ਹਾਂ, ਆਪਾਂ ਅੱਗੇ ਦੇਖਦੇ ਹਾਂ ਕਿ ਪਲੈਟਫਾਰਮ ਵਰਕਰਸ ਕਿਹਨੂੰ ਕਹਿੰਦੇ ਹਾਂ ਆਪਾਂ। ਲੇਬਰ ਸਿਕਿਉਰਿਟੀ ਕੋਡ 2020 ਦੇ ਅਕੋਰਡਿੰਗ, ਡੈਸ਼ ਮੀਨਸ ਅ ਫਾਰਮ ਆਫ employment in which organizations or individuals use an online platform to assess other organizations or individuals to solve specific problems or to provide specific services in exchange for payment। ਇਹਦਾ ਮਤਲਬ ਹੈ ਕਿ ਕੋਈ ਔਨਲਾਈਨ ਸਰਵਿਸ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹੈ ਕਿਸੇ ਕੰਪਨੀ ਦਾ ਮਤਲਬ ਥਰੂ, ਕਿਸੇ ਕੰਪਨੀ ਦੇ ਥਰੂ ਕਿਸੇ ਕੰਪਨੀ ਦੇ ਥਰੂ ਤੁਹਾਨੂੰ, ਜਿੱਦਾਂ ਕਿ ਆਪਾਂ ਦੇਖਦੇ ਹਾਂ ਜ਼ੋਮੈਟੋ ਵਗੈਰਾ ਹੋ ਗਿਆ, ਜਾਂ ਜਿੱਦਾਂ ਕਿ ਅੱਜ ਕੱਲ੍ਹ ਅਰਬਨ ਕਲੈਪ ਵਗੈਰਾ ਹੋ ਗਿਆ, ਤਾਂ ਉਹ ਜਿਹੜੇ ਕਿ ਉਹਨਾਂ ਨੂੰ ਆਪਾਂ ਪਲੈਟਫਾਰਮ ਵਰਕਰਸ ਕਹਿੰਦੇ ਹਾਂ, ਜੋ ਔਨਲਾਈਨ ਪਲੈਟਫਾਰਮ ਦੇ ਥਰੂ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਤੁਸੀਂ ਕੁਝ ਵੀ ਆਰਡਰ ਕਰਦੇ ਹੋ ਔਨਲਾਈਨ ਥਰੂ ਅਤੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਆ, ਉਹਨਾਂ ਨੂੰ ਪਲੈਟਫਾਰਮ ਵਰਕਰਸ ਕਹਿੰਦੇ ਆ ਆਪਾਂ। ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਆ ਆਪਣਾ। ਐਜ਼ ਪਰ the new Social Security Code 2020 dash act as the board for the purposes of welfare of gig workers and platform workers and can recommend and monitor such schemes for such workers। ਤਾਂ ਜਿਹੜੇ ਗਿਗ ਵਰਕਰਸ ਹੈ, ਜੋ ਬਾਹਰੋਂ ਬਾਹਰ ਕੰਮ ਕਰਦੇ, ਪਲੇਟਫਾਰਮ ਵਰਕਰਸ ਹੈ, ਜੋ ਕਿ ਪੱਕੇ ਇੰਪਲੋਏ ਨਹੀਂ ਹੁੰਦੇ ਕੰਪਨੀ ਦੇ, ਜਿੱਦਾਂ ਕਿ ਮੈਂ ਤੁਹਾਨੂੰ ਪਿੱਛੇ ਸਮਝਾ ਕੇ ਹਟਿਆ ਕੌਣ ਹੁੰਦੇ ਆ ਇਹ, ਤਾਂ ਉਹਨਾਂ ਲਈ ਦੇਖਣ ਲਈ ਵੀ, ਉਹਨਾਂ ਦੇ ਰਾਈਟ ਦੇਖਣ ਲਈ ਵੀ ਕੋਈ ਚਾਹੀਦਾ ਆਪਾਂ ਨੂੰ, ਤਾਂ ਉਹ ਨੈਸ਼ਨਲ ਸੋਸ਼ਲ ਸਿਕਿਉਰਿਟੀ ਬੋਰਡ ਹੈ ਜੋ ਕਿ ਸੈਟਅਪ ਕੀਤਾ ਗਿਆ ਇਹਨਾਂ ਸਭ ਦੇ, ਉਹਨਾਂ ਨੂੰ ਦੇਖਣ ਲਈ, ਸਕੀਮਸ ਵਗੈਰਾ ਮੋਨੀਟਰ ਕਰਨ ਲਈ ਇਹਨਾਂ ਨੂੰ। ਮੂਵ ਕਰਦੇ ਹਾਂ, 55th ਕੁਐਸਚਨ ਆਪਣਾ। ਡੈਸ਼ ਇੰਡਸਟਰੀਜ਼ ਇਨਵੋਲਵ ਹਜ਼ਾਰਡਸ ਪ੍ਰੋਸੈਸਿਸ ਆਰ ਸਪੈਸੀਫਾਈਡ ਇਨ ਨਿਊ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020। ਤਾਂ ਇਹਦੇ ਵਿੱਚ ਕਿੰਨੀਆਂ ਇੰਡਸਟਰੀਜ਼ ਹੈ, ਉਹ ਹੈ 29 ਇਨ ਨੰਬਰ, ਯੂ ਹੈਵ ਟੂ ਰਿਮੈਂਬਰ। ਐਂਡ ਮੂਵਿੰਗ ਟੂ ਦ ਨੈਕਸਟ ਕੁਐਸਚਨ, 56th ਕੁਐਸਚਨ ਹੈ। ਐਜ਼ ਪਰ ਨਿਊ ਓਕੂਪੇਸ਼ਨਲ ਸੇਫਟੀ ਹੈਲਥ ਐਂਡ ਵਰਕਿੰਗ ਕੰਡੀਸ਼ਨ ਕੋਡ 2020 ਵਰਕਰਸ ਆਰ ਨਾਟ ਰਿਕੁਆਇਰਡ ਟੂ ਵਰਕ ਫॉर ਮੋਰ ਦੈਨ ਡੈਸ਼ ਡੇਜ਼ ਅ ਵੀਕ। ਤਾਂ ਵਰਕਿੰਗ ਕੰਡੀਸ਼ਨ ਕੋਡ ਹੈ ਜਿਹੜਾ ਕਿ ਹੈਲਥ ਹੁਲਥ ਦੇ ਰਿਲੇਟਡ ਹੈ, ਤਾਂ ਉਹਦੇ ਵਿੱਚ ਕੀ ਹੈ ਕਿ ਤੁਸੀਂ 6 ਡੇਜ਼ ਤੋਂ ਵੱਧ ਨਹੀਂ ਕੰਮ ਕਰਨਾ, ਠੀਕ ਹੈ। ਰਿਕੁਆਇਰਡ ਨਹੀਂ ਹੈ, ਤੁਸੀਂ ਕਰ ਸਕਦੇ ਹੋ ਆਪਣੀ ਇੱਛਾ ਨਾਲ, ਆਪਣੀ ਕੰਸੈਂਟ ਨਾਲ ਤੁਸੀਂ ਕਰ ਸਕਦੇ ਹੋ, ਪਰ ਤੁਹਾਡੇ ਨਾਲ ਕੋਈ ਇੱਦਾਂ ਮਤਲਬ ਇੰਪੋਜ਼ ਨਹੀਂ ਕਰ ਸਕਦਾ ਤੁਹਾਡੇ 'ਤੇ ਕਿ ਤੁਹਾਨੂੰ ਕਰਨਾ ਹੀ ਪੈਣਾ। ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਆਪਣਾ ਕਿ ਵੇਅਰ ਇਜ਼ ਨੈਸ਼ਨਲ ਇੰਡੀਅਨ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ, ਕਿੱਥੇ ਹੈ? ਤਾਂ ਇਹ ਹੈਗਾ ਆਪਣਾ ਲੁਧਿਆਣੇ ਦੇ ਵਿੱਚ। ਐਂਡ ਨੈਕਸਟ ਕੁਐਸਚਨ ਆ ਆਪਣਾ ਕਿ ਸਪੇਸ ਫॉर ਐਵਰੀ ਵਰਕਰ ਇੰਪਲੋਇਡ ਇਨ ਦ ਫੈਕਟਰੀਜ਼। ਜਿਹੜਾ ਕਿ ਇੰਪਲੋਏ ਕੰਮ ਕਰਦਾ ਹੈ ਫੈਕਟਰੀ ਦੇ ਵਿੱਚ, ਤਾਂ ਜੇ ਉਹ 1948 ਤੋਂ ਪਹਿਲਾਂ ਬਣੀ ਹੋਈ ਹੈ ਫੈਕਟਰੀ, ਤਾਂ ਉਹ 9.9 ਹੈ ਜੋ ਕਿ ਰਿਕੁਆਇਰਡ ਸਪੇਸ ਹੈ। ਅਤੇ ਐਂਡ ਜੋ 1948 ਤੋਂ ਬਾਅਦ ਬਣੀ ਹੋਈ ਹੈ ਫੈਕਟਰੀ, ਉਹਦੇ ਲਈ 14.2 ਹੈ ਕਿਊਬਿਕ ਮੀਟਰ। ਨੈਕਸਟ ਕੁਐਸਚਨ ਆ ਆਪਣਾ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਟਿਊਟ ਆਫ ਬਾਇਓ ਐਨਰਜੀ ਕਿੱਥੇ ਹੈ? ਐਂਡ ਇਹ ਹੈਗਾ ਆਪਣਾ ਕਪੂਰਥਲਾ। ਐਂਡ ਨੈਕਸਟ ਕੁਐਸਚਨ ਆ ਆਪਣਾ ਜੋ ਕਿ ਅੱਜ ਦਾ ਲਾਸਟ ਕੁਐਸਚਨ ਆ ਆਪਣਾ ਕਿ ਲੀਚੀ ਐਸਟੇਟ ਹੈਜ਼ ਬੀਨ ਐਸਟੈਬਲਿਸ਼ਡ ਇਨ। ਤਾਂ ਲੀਚੀ ਐਸਟੇਟ ਕਿੱਥੇ ਐਸਟੈਬਲਿਸ਼ ਕੀਤੀ ਜਾਏਗੀ ਜਾਂ ਹੈ, ਉਹ ਹੈ ਪਠਾਨਕੋਟ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿੰਨੂ ਵਗੈਰਾ ਸਭ ਤੋਂ ਜ਼ਿਆਦਾ ਕਿੱਥੇ ਹੁੰਦੇ ਆ, ਤਾਂ ਅਬੋਹਰ ਹੁੰਦੇ ਆ, ਅਤੇ ਲੀਚੀ ਸਭ ਤੋਂ ਜ਼ਿਆਦਾ ਪਠਾਨਕੋਟ। ਐਂਡ ਇਸੇ ਨਾਲ ਆਪਾਂ ਆਪਣਾ ਸੈਸ਼ਨ ਐਂਡ ਕਰਦੇ ਹਾਂ। ਐਂਡ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਤੁਸੀਂ, ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ, ਪਲੀਜ਼ ਲਾਈਕ ਕਰੋ ਇਹਨੂੰ, ਸਬਸਕ੍ਰਾਈਬ ਕਰੋ ਇਹਨੂੰ, ਸ਼ੇਅਰ ਕਰੋ, ਤਾਂ ਕਿ ਆਪਾਂ ਵੀ ਆਪਣਾ ਨਾ ਹੌਸਲਾ ਵੱਧਦਾ ਹੈ ਜਦੋਂ ਤੁਸੀਂ ਲਾਈਕ ਕਰਦੇ ਹੋ ਅਤੇ ਸ਼ੇਅਰ ਕਰਦੇ ਹੋ ਇਹਨਾਂ ਚੀਜ਼ਾਂ ਨੂੰ,
ਅਤੇ ਆਪਣਾ ਹੋਰ ਵੀ ਆਪਾਂ ਬਹੁਤ ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਆਪਣਾ ਸਪੋਰਟ ਬਣਾਏ ਰੱਖੋਗੇ ਸਾਡੇ ਨਾਲ। ਅਤੇ ਆਪਾਂ ਤੁਹਾਡੇ ਨਾਲ ਹੀ ਚੱਲਦੇ ਰਹਾਂਗੇ, ਜਿੱਦਾਂ ਤੁਸੀਂ ਕਹੋਗੇ ਉੱਦਾਂ ਕਰਦੇ ਰਹਾਂਗੇ। ਅਤੇ ਤੁਸੀਂ ਆਪਾਂ ਨੂੰ ਕਮੈਂਟ 'ਚ ਦੱਸ ਵੀ ਸਕਦੇ ਹੋ ਜੇ ਤੁਹਾਡੀ ਹੋਰ ਵੀ ਕੋਈ ਤਰ੍ਹਾਂ ਦੀ ਜ਼ਰੂਰਤ ਹੈ। ਐਂਡ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜ਼ਰੂਰ ਪੂਰੀ ਕਰੀਏ, ਆਪਣੀ ਸਾਰੀ ਟੀਮ ਕੋਸ਼ਿਸ਼ ਕਰੇਗੀ। ਐਂਡ ਐਂਡ ਕਰਦੇ ਹਾਂ ਆਪਾਂ ਸੈਸ਼ਨ। ਐਂਡ ਥੈਂਕ ਯੂ ਐਂਡ ਗੋਡ ਬਲੈਸ ਯੂ ਆਲ।